ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਉ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾਰ। ਬੰਦਾਂ ਰਾਗ ਏਕੰਕਾਰ ਗੁਰੂ, ਤਹਿ ਪ੍ਰਸਾਦ ਸੱਚ ਹੋਏ। ਵਾਹਿ ਕੀ ਫਤਿਹ ਵਿਹਾਨਾ ਨਾਸ ਹੋਏ। ਵਾਹਿ ਫਤਿਹ ਵਿਘਾਨਾ ਵਿਨਾਸ਼ਨ ਹੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਪਹਿਲਾ। ਸਤੀ ਪਾਕਰ ਸਤ ਕਮਾਹੇ। ਇਸਤਰੀ ਪੁਰਖ ਹੈ ਖਟ ਭਾਵ, ਭਾਵੈ ਆਵੋ ਪਾਵੈ ਜਾਓ। ਪਾਕਰ ਕਮਾਏ ਗੁਰ ਦੀਖਿਆ ਕਰ ਦੇਵੜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਾਹੋ ਜੁਗਲਵਰ ਛਤਰ ਤਖਤ ਦੇ ਮਾਲਿਕ, ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਰ ਸਾਹਿਬ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸੱਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ
ਅਜੇ 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 ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੰਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਦੇਵ ਜੀ ਮਹਾਰਾਜ ਜੀ ਦੇ ਕੋਲ ਜਦੋਂ ਸਾਰੇ ਸਿੱਧ ਆ ਕਰਕੇ ਨਤਮਸਤਕ ਹੋਏ, ਗੁਰੂ ਮਹਾਰਾਜ ਜੀ ਨੂੰ ਕਹਿ ਦਿੱਤਾ ਕਿ ਧੰਨਕ ਤੇਰੀ ਵੱਡੀ ਕਮਾਈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਆਪ ਜੀ ਧੰਨ ਹੋ, ਵੱਡੀ ਕਮਾਈ ਹੈ ਆਪ ਜੀ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਇਹ ਬਚਨ ਕਰ ਦਿੱਤਾ। ਫਿਰ ਉਹਨਾਂ ਦੇ ਵਿੱਚ ਜੋ ਭੰਗਰਨਾਥ ਜੋ ਅਭਿਮਾਨ ਨਹੀਂ ਗਿਆ, ਸਾਰੇ ਸਿੱਧ ਜੋ ਮੁਖੀ ਸੀ ਗੋਰਖਨਾਥ ਆਦਿਕ ਜੋ ਉਹਨਾਂ ਦਾ ਗੱਦੀ ਨਸ਼ੀਨ ਸੀ, ਉਹ ਵੀ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਝੁਕ ਗਿਆ, ਮੱਥਾ ਟੇਕਣਾ ਭੰਗਰ ਕਹਿਣ ਲੱਗਾ ਕਿ ਭਾਵੇਂ ਗੰਗਾ ਉਲਟੀ ਬਹਿ ਜਾਵੇ, ਸੂਰਜ ਜਿਹੜਾ ਹੈ ਜੇ ਸਿਉ ਨਿਕਾਵੇ, ਇਹ ਹੋ ਸਕਦਾ, ਲੇਕਿਨ ਨਾਥ ਮਹਾਰਾਜ ਦੇ ਚਰਨਾਂ ਵਿੱਚ ਨੇ ਆਕਾਸ਼ ਵਿੱਚ ਉਡਾਰੀ। ਸਤਿਗੁਰੂ ਮਹਾਰਾਜ ਉਹਦਾ ਗਰਭ ਗੰਜਣ ਦੇ ਵਾਸਤੇ ਆਪਣੀ ਖਣਾ ਜਿਹੜੀ ਹੈ ਉਹਨੂੰ ਆਕਾਸ਼ ਮੰਡਲ ਦੇ ਵਿੱਚ ਉਡਾ ਦਿੱਤਾ। ਤੇ ਜਦੋਂ ਇਹ ਉੜਦਾ ਨਾ, ਇਹਦੇ ਉੱਤੇ ਜਾ ਕਰਕੇ ਖਣਾ ਵੱਜਦੀ ਜਾਂਦੀ। ਜਦੋਂ ਸਤਿਗੁਰੂ ਮਹਾਰਾਜ ਜੀ ਦੀ ਖਣਾ ਇਹਦੇ ਮੱਥੇ ਦੇ ਉੱਤੇ ਸਪਰਸ਼ ਹੋਈ ਹੈ, ਚੰਗੀ ਤਰ੍ਹਾਂ ਇਹਦੀ ਪਰੇਡ ਹੋਈ, ਤਾਂ ਪਿਆਰਿਓ ਮੱਤ ਜਿਹੜੀ ਹੈ ਟਿਕਾਣੇ ਆ ਗਈ। ਫਿਰ ਵਿੱਚ ਆ ਗਿਆ, ਮਾਫੀ ਮੰਗਦਾ, ਕਹਿੰਦਾ ਸਤਿਗੁਰੂ ਮਹਾਰਾਜ ਮੈਨੂੰ ਮਾਫ ਕਰ ਲੈਣਾ ਕਰੋ ਤੇ ਮੈਨੂੰ ਆਪਣਾ ਉਪਦੇਸ਼ ਦਿਓ। ਫਿਰ ਸਾਰੇ ਸਿੱਧ ਕਹਿਣ ਲੱਗੇ ਸਤਿਗੁਰੂ ਮਹਾਰਾਜ ਇਹ ਜੋ ਕਲਯੁਗ ਦਾ ਸਮਾਂ ਚੱਲ ਰਿਹਾ ਨਾ, ਕਲ ਸਮੇਂ ਦੇ ਵਿੱਚ ਕੀ ਵਰਤਾਰਾ ਵਰਤਣ ਵਾਲਾ ਹੈ ਜਾਂ ਕੀ ਵਰਤਾਰਾ ਵਰਤਾਰਾ ਕਲਯੁਗ ਦੇ ਮਹਾਰਾਜ ਇਹ ਆਪ ਜੀ ਸਾਨੂੰ ਦਰੋ। ਗ੍ਰੰਥ ਸ਼ਬਦ ਜੀ ਇਸ ਪਰਪੇਖ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਜਾਂ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਜਦੋਂ ਪੜ੍ਹਦੇ ਹਾਂ, ਉਹਦੇ ਬਾਬਤ ਭਾਈ ਸਾਹਿਬ ਜੀਆਂ ਨੇ ਬਚਨ ਕਰਨਾ ਕੀਤਾ। ਤੇ ਜਦੋਂ ਦਮ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ, ਵਿਸ਼ੇਸ਼ ਕਰਕੇ ਜੋ ਕਲਕੀ ਅਵਤਾਰ ਹੈ, ਕਲਕੀ ਅਵਤਾਰ ਮਹਾਰਾਜ ਜੀ ਨੇ ਬਹੁਤ ਖੁੱਲ੍ਹ ਕੇ ਵਰਣਨ ਕਰਨਾ ਕੀਤਾ ਕਿ ਕਲਯੁਗ ਦੇ ਵਿੱਚ ਕਿਸ ਤਰ੍ਹਾਂ ਹੋਵੇਗਾ, ਕਿਸ ਤਰ੍ਹਾਂ ਅਧਰਮ ਵਰਤੇਗਾ, ਕਿਸ ਤਰ੍ਹਾਂ ਲੋਕ ਆਪਣਾ ਧਰਮ ਛੱਡ ਦੇਣਗੇ, ਕੋਈ ਮਾਣ ਮਰਿਆਦਾ ਨਹੀਂ ਰਵੇਗੀ, ਕੋਈ ਜਿਹੜਾ ਹੈ ਇਹ ਰਿਸ਼ਤਾ ਨਾਤਾ ਨਹੀਂ ਰਵੇਗਾ, ਇੰਨਾ ਜ਼ਿਆਦਾ ਵਿਵਚਾਰ ਹੋਵੇਗਾ, ਸਾਰੇ ਰਿਸ਼ਤੇ ਤਾਰ ਹੋ ਜਾਣਗੇ, ਖਤਮ ਹੋ ਜਾਣਗੇ। ਪੁੱਤਰ ਸੇਜ ਸੋਤ ਚਾਤਾ, ਬਹੁਤਾ ਭਗਨੀ ਕਹਿ ਅੰਗਾ, ਇਸ ਤਰ੍ਹਾਂ ਬਹੁਤ ਕੀਤੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਰ ਇਸ ਪ੍ਰਥਾਏ ਜਦੋਂ ਮਹਾਰਾਜ ਜੀ ਨੂੰ ਬੇਨਤੀ ਕੀਤਾ ਕਿ ਮਹਾਰਾਜ ਕਲਯੁਗ ਦਾ ਸਮਾਂ ਇਹੋ ਜਿਹਾ ਹੈ, ਤੇ ਮਹਾਰਾਜ ਜੀ ਨੇ ਤਾਂ ਸਭ ਦੇ ਆਸਾ ਦੀ ਵਾਰ ਦੇ ਵਿੱਚ ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬੀਓ ਬੀਜ ਪਤ ਲੈ ਅਬ ਉਗਬੈ ਦਾਲ, ਜੇ ਇੱਕ ਸਾਈ ਧਰਮੰਖ ਕਰ ਉਡਰਿਆ,
ਕੂੜ ਆਹੀ ਕਹਿ ਚੜੇ, ਹਉ ਭਾਲ ਵਿਕੁੰਨੀ ਹੋਈ, ਐ ਰਾਹੋ ਨਾ ਕੋਈ। ਤੇ ਗੁਰੂ ਮਹਾਰਾਜ ਜੀ ਨੇ ਅੱਗੇ ਬਚਨ ਵਿੱਚ ਹਉਮੈ ਕਰ ਦੁਖ ਰੋਈ, ਕਹਾਨਕ ਕਿਨ। ਗੁਰੂ ਮਹਾਰਾਜ ਜੀ ਨੇ ਦੂਜਾ ਸ਼ਬਦ ਇਸ ਪ੍ਰਥਾਏ ਉਚਾਰਨ ਕੀਤਾ। ਹੁਣ ਰਾਮਕਲੀ ਰਾਗ ਦੇ ਵਿੱਚ ਜੋ ਵਾਰ, ਰਾਮਕਲੀ ਰਾਗ ਦੀ ਜੋ ਵਾਰ ਹੈ, ਕਿਉਂਕਿ ਰਾਮਕਲੀ ਰਾਗ ਦੇ ਵਿੱਚ 3 ਵਾਰਾਂ ਆਉਂਦੀਆਂ ਹਨ। ਸਤੇ ਬਲਵੰਡ ਦੀ ਵਾਰ ਵੀ ਜਿਹੜੀ ਹੈ ਰਾਮਕਲੀ ਕੀ ਵਾਰ ਹੈ। ਉਸ ਤੋਂ ਇਲਾਵਾ ਰਾਮਕਲੀ ਕੀ ਵਾਰ 2 ਵਾਰਾਂ ਆਉਂਦੀਆਂ, ਚੋਂ ਇੱਕ ਵਾਰ ਦੇ ਵਿੱਚ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕਰਨਾ ਕੀਤਾ। ਆਓ ਪਿਆਰਿਓ, ਸਤਿਗੁਰੂ ਮਹਾਰਾਜ ਕੀਤਾ ਹੈ, ਆਪਾਂ ਉਹ ਮਹਾਰਾਜ ਜੀ ਦਾ ਪਾਵਨ ਉਪਦੇਸ਼ ਕਰਨਾ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਨੂੰ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨਾ ਜੀ। ਸਤਿਨਾਮ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ, ਸਤਿ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਸਾਹਿਬ ਜੀ। ਸੋ ਮਹੱਲਾ ਪਹਿਲਾ। ਸਤੀ ਪਾਪ ਕਾ ਸਤ ਮਾਹੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰਾਮਕਲੀ ਰਾਗ ਦੇ ਵਿੱਚ ਇਹ ਬਚਨ ਕਲਯੁਗ ਦਾ ਸਮਾਂ ਕਿਹਾ ਹੋਵੇਗਾ। ਇੱਥੇ ਪਿਆ ਜੋ ਸਤੀ ਜਿਹੜਾ ਬਚਨ ਆਇਆ ਨਾ, ਕਈ ਵਾਰੀ ਇਹਦੇ ਕਈ ਅਰਥ ਹੁੰਦੇ ਹਨ। ਇਸ ਤਰ੍ਹਾਂ ਕਿ ਸਤੀ ਦੇ ਮਰਨ ਤੋਂ ਬਾਅਦ ਜੋ ਉਹਦੀ ਚਿਖਾ ਦੇ ਉੱਤੇ ਉਹਨੂੰ ਵੀ ਸਤੀ ਬੋਲਦੇ ਆ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ, ਸਤੀਆਂ ਆਖੀ ਨ ਜੋ ਮੜੀਆਂ ਜਲਨ, ਸਤੀਆਂ ਚੋਟ ਸਹਨ। ਇਹ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ, ਉਹਨਾਂ ਨੂੰ ਵੀ ਸਤੀ। ਇੱਥੇ ਸਤੀ ਥੋੜਾ ਅਦਕ ਦੇ ਨਾਲ ਪਾਠ ਕਰਨਾ ਚਾਹੀਦਾ। ਸਤੀ ਪਾਪ ਕਰ ਸਤ ਕਮਾਹੇ। ਸਤੀ ਦਾ ਮਤਲਬ ਕਿ ਜੋ ਧਾਰਮਿਕ ਲੋਕ ਆਪਣੇ ਆਪ ਨੂੰ ਜੋ ਧਾਰਮਿਕ ਲੋਕ ਅਖਵਾਉਂਦੇ ਹਨ ਤੇ ਉਹਨਾਂ ਨੇ ਪਾਪ ਕਰਕੇ ਉਹਨਾਂ ਵਾਰਤਾ ਦਿਖਾਉਣਾ ਕਿ ਭਾਈ ਅਸੀਂ ਬਹੁਤ ਚੰਗਾ ਅਸੀਂ ਕੰਮ ਕਰਦੇ ਹਾਂ ਜੀ, ਲੋਕ ਆਓ ਭਾਈ ਸਾਡੀ ਕਰਨਾ ਲੋ। ਲੈ ਅੰਦਰ ਖਾਤ ਉਹ ਪਾਪ ਕਮਾਉਂਦੇ ਹਨ ਤੇ ਇਸ ਕਾਹੇ ਦੇ ਫਿਰ ਬਾਹਰ ਦੇ ਵਿੱਚ ਬਾਹਰ ਦਾ ਇਹੋ ਜਿਹਾ ਰੂਪ ਰੰਗ ਇਹਨਾਂ ਨੇ ਬਣਾ ਲੈਣਾ। ਬਾਹਰ ਇਸ ਤਰ੍ਹਾਂ ਢੋਂਗ ਕਰਨਾ ਹੈ ਕਿ ਲੋਕਾਂ ਨੂੰ ਲੱਗੇ ਬਾਹਰ ਢੋਂਗ ਕਰਨਾ ਹੈ ਕਿ ਲੋਕਾਂ ਨੂੰ ਲੱਗੇ ਕਿ ਸਤ ਕਮਾ ਹੈ ਕਿ ਲਓ ਜੀ ਆ ਫਲਾਣਾ ਬਾਬਾ ਜਿਹੜਾ ਹੈ, ਇਹ ਫਲਾਣਾ ਧਾਰਮਿਕ ਜੋ ਬੰਦਾ ਹੈ, ਕਿੰਨਾ ਇਹ ਸਤ ਕਮਾਉਂਦਾ, ਕਿੰਨਾ ਭਾਈ ਇਹ ਜਪੀ ਤਪੀ ਹੈ ਕਰਦਾ। ਕਹਿਣ ਦਾ ਮਤਲਬ ਕਈ ਜਿਹੜੇ ਪਾਪੀ ਹੁੰਦੇ ਹਨ, ਸਿੱਧੀ ਜੀ ਗੱਲ ਹੈ, ਜੋ ਪਾਪ ਕਰਦਾ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਪਾਪ ਤਾਂ ਪਿਆਰਿਓ ਜਿਹੜੇ ਪਾਪੀ ਹੁੰਦੇ ਹਨ, ਆਪਾਂ ਕਹਿੰਦੇ ਹਾਂ ਜੀ ਆ ਫਲਾਣਾ ਬੰਦਾ ਜੀ ਪਾਪ ਪਿਆਰਿਓ, ਲੇਕਿਨ ਉਹ ਇਮਾਨਦਾਰ ਹੁੰਦੇ ਹਨ। ਜੋ ਕੰਮ ਕਰਦੇ ਨਾ ਕੋਈ ਚੋਰੀ ਕਰਦਾ, ਕੋਈ ਗਲਤ ਕੰਮ ਕਰਦਾ, ਉਹ ਆਪ ਕਹਿ ਦਿੰਦੇ ਜੀ ਨਹੀਂ ਜੀ ਅਸੀਂ ਤਾਂ ਪਾਪੀਆਂ, ਅਸੀਂ ਤਾਂ ਗਲਤ ਕੰਮ ਕਰਨ ਵਾਲੇ। ਤੇ ਸੱਚ ਜਾਣੋ ਉਹਨਾਂ ਦਾ ਉਧਾਰ ਕਦੇ ਨਾ ਕਦੇ ਜ਼ਰੂਰ ਹੁੰਦਾ ਹੈ। ਜਿਹੜੇ ਆਪ ਇਹ ਕਬੂਲ ਕਰਦੇ ਨਾ, ਲੇਕਿਨ ਅੰਦਰ ਖਾਤੇ ਬਹੁਤ ਜ਼ਿਆਦਾ ਗਲਤ ਕੰਮ ਕਰਦੇ ਹਨ। ਕਈ ਵਾਰੀ ਇਹਨਾਂ ਨੂੰ ਜਦੋਂ ਆਪਾਂ ਵੇਖ ਜਾਂਦਾ, ਇਹ ਨਹੀਂ ਹੁੰਦਾ ਕਿ ਭਾਈ ਇਹ ਸ਼ਰੇਆਮ ਪਾਪ ਕਰਦੇ ਜਾਂ ਸ਼ਰੇਆਮ ਬਦਫੈਲੀਆਂ ਕਰਦੇ। ਜੇ ਸ਼ਰੇਆਮ ਕਰਦੇ ਹੋ ਤਾਂ ਪਿਆਰਿਓ ਸਿੱਧਾ ਪਤਾ ਚੱਲ ਜਾਂਦਾ ਕਿ ਇਹ ਤਾਂ ਪਾਪੀ ਬੰਦਾ ਹੈ, ਇਹ ਦੀ ਪੂਜਾ ਨਹੀਂ ਕਰਨਗੇ। ਇਸ ਕਰਕੇ ਲਿਬਾਸ ਜਿਹੜਾ ਸਾਧੂਆਂ ਦਾ, ਸੱਤ ਦਾ ਪਰਦਾ ਪਾ ਕਰਕੇ ਅੰਦਰ ਅਸੱਤ ਦਾ ਕੰਮ ਕਰਨਾ। ਵਿਦਵਾਨਾਂ ਨੇ ਇਹ ਵੀ ਇਹਦਾ ਅਰਥ ਕਰਨਾ ਕੀਤਾ। ਸਤੀ ਦਾ ਮਤਲਬ ਹੈ ਕਿ ਪਾਪ ਕਰ ਸਤ ਕਮਾਹੇ। ਜਿਹੜੇ ਆਪਣੇ ਆਪ ਨੂੰ ਦਾਨੀ ਅਖਵਾਉਂਦੇ ਹਨ ਕਿ ਭਾਈ ਅਸੀਂ ਦਾਨੀਆਂ, ਬਹੁਤ ਵੱਡੇ ਦਾਤੇ ਆ, ਲੇਕਿਨ ਫਿਰ ਮਾਇਆ ਕੀ ਕਰਦੇ ਹਨ, ਪਾਪ ਕਰਕੇ ਮਾਇਆ ਨੂੰ ਕਮਾਉਣਾ। ਫਿਰ ਉਹ ਮਾਇਆ ਜਿਹੜੀ ਹੈ ਉਹਦੇ ਵਿੱਚ ਕੁਛ ਕੋ ਮਾਇਆ ਵੰਡ ਕਰਕੇ ਜਾਂ ਲੋਕ ਭਲਾਈ ਦੇ ਵਾਸਤੇ ਲਾ ਕਰਕੇ
ਲੋਕਾਂ ਨੂੰ ਕਹਿਣਾ ਕਿ ਲਓ ਜੀ ਮੈਂ ਕਿੰਨਾ ਚੰਗਾ ਕੰਮ ਕਰਦਾ ਹਾਂ। ਇਹੀ ਤਾਂ ਪਿਆਰਿਓ ਮਲਕ ਭਾਗੋ ਕਰਿਆ ਕਰਦਾ ਸੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਏਮਨਾਬਾਦ ਸੈਦਪੁਰ ਦੇ ਵਿੱਚ ਜਦੋਂ ਗਏ, ਭਾਈ ਲਾਲੋ ਦੇ ਘਰ ਦੇ ਵਿੱਚ ਸਭ ਤੋਂ ਪਹਿਲੀ ਉਦਾਸੀ ਮਹਾਰਾਜ ਜੀ ਨੇ ਉਦਾਸੀ ਦੀ ਯਾਤਰਾ ਦੀ ਆਰੰਭਤਾ ਹੀ ਭਾਈ ਲਾਲੋ ਦੇ ਘਰ ਤੋਂ ਮਹਾਰਾਜ ਜੀ ਨੇ ਆਰੰਭ ਕਰਨਾ ਕੀਤਾ। ਸਭ ਤੋਂ ਪਹਿਲੇ ਤਰ ਦਾ ਮਹਾਰਾਜ ਜੀ ਨੇ ਭਾਈ ਲਾਲੋ ਨੂੰ ਜਾ ਕਰਕੇ ਦਿੱਤਾ ਹੈ। ਜਦੋਂ ਮਲਕ ਭਾਗੋ ਦੇ ਬੰਦਿਆਂ ਨੂੰ ਪਤਾ ਚੱਲ ਗਿਆ ਕਿ ਨਾਨਕ ਤਪਾ ਜੀ ਆਏ ਹਨ, ਤੇ ਮਹਾਰਾਜ ਜੀ ਨੂੰ ਵੀ ਉਹਨਾਂ ਨੇ ਨਿਉਂਦਰਾ ਦਿੱਤਾ, ਸੱਦਾ ਦਿੱਤਾ। ਕਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਫਲਾਣੇ ਆਮ ਕੇ ਦਿਨ ਮਲਕ ਭਾਗੋ ਦੇ ਘਰ ਦੇ ਵਿੱਚ ਬਹੁਤ ਵੱਡਾ ਭੰਡਾਰਾ ਹੈ, ਬਹੁਤ ਵੱਡਾ ਯੱਗ ਹੈ, ਤੇ ਤੁਸੀਂ ਆਓ ਉਥੋਂ ਪ੍ਰਸ਼ਾਦਾ ਪ੍ਰਾਪਤ ਕਰਨਾ ਕਰੋ। ਕਿਉਂਕਿ ਉਸ ਦਿਨ ਉਹ ਸਾਰੇ ਨਗਰ ਨਿਵਾਸੀਆਂ ਨੂੰ ਉਹ ਪ੍ਰਸ਼ਾਦੇ ਦੇ ਉੱਤੇ ਸੱਦਦਾ। ਤੇ ਜਿਸ ਤਰ੍ਹਾਂ ਪਿਆਰਿਓ ਇੱਕ ਬਚਨ ਹੁੰਦਾ ਸੀ, ਅੱਜ ਵੀ ਕਈ ਬਜ਼ੁਰਗ ਸਾਡੇ ਹਜੂਰ ਸਾਹਿਬ ਦੇ ਵਿੱਚ ਇਹ ਬਚਨ ਵਰਤਿਆ ਕਰਦੇ ਹਨ। ਜਦੋਂ ਕਿਹਨੂੰ ਆਪਾਂ ਕੀ ਕਰਦੇ ਹਾਂ, ਸੱਦਾ ਦਿੰਦੇ ਹਾਂ, ਕੋਈ ਸਾਡਾ ਬਹੁਤ ਜ਼ਿਆਦਾ ਲਾਗਲਾ ਹੋਵੇ ਨਾ, ਉਹਨੂੰ ਆਪਾਂ ਕਹਿੰਦੇ ਕਿ ਭਾਈ ਤੇਰੇ ਚੁੱਲ੍ਹੇ ਨੂੰ ਦਾਵਤ ਹੈ ਕਰਕੇ। ਉਹਦਾ ਮਤਲਬ ਹੁੰਦਾ ਕਿ ਜਿੰਨਾ ਚਿਰ ਆ ਪ੍ਰੋਗਰਾਮ ਹੋਵੇਗਾ ਵਿਆਹ ਸ਼ਾਦੀ ਦਾ 2-4 ਦਿਨ, ਇੰਨੇ ਦਿਨ ਤੂੰ ਆਪਣੇ ਘਰ ਵਿੱਚ ਚੁੱਲ੍ਹਾ ਪਕਾ ਨਹੀਂ ਸਕਦਾ, ਚੁੱਲ੍ਹਾ ਬਾਲ ਨਹੀਂ ਸਕਦਾ। ਭਾਵ ਕਿ ਪੂਰਾ ਪਰਿਵਾਰ ਆ ਕਰਕੇ ਸਾਡੇ ਕੋਲ ਪ੍ਰਸ਼ਾਦਾ ਛਕਣਾ। ਤੇ ਇਹਨਾਂ ਨੇ ਕੀ ਕਰ ਦਿੱਤਾ, ਢਿੰਡੋਰਾ ਵੀ ਪਿੱਟ ਦਿੱਤਾ ਕਿ ਸੈਦਪੁਰ ਦੇ ਵਿੱਚ ਜਿਸ ਦਿਨ ਮਲਕ ਭਾਗੋ ਦਾ ਲੰਗਰ ਹੁੰਦਾ, ਕੋਈ ਵੀ ਆਪਣੇ ਘਰ ਦੇ ਵਿੱਚ ਚੁੱਲ੍ਹਾ ਨਹੀਂ ਬਾਲ ਸਕਦਾ ਸੀ। ਸਤਿਗੁਰੂ ਮਹਾਰਾਜ ਭਾਈ ਲਾਲੋ ਦੇ ਘਰ ਦੇ ਵਿੱਚ ਹਨ। ਭਾਈ ਲਾਲੋ ਨੇ ਬਚਨ ਕੀਤਾ, ਮਹਾਰਾਜ ਆਪ ਜੀ ਨੂੰ ਤਾਂ ਸੱਦਾ ਆਇਆ, ਮੈਂ ਵੀ ਜਾਣਾ ਹੈ। ਮਹਾਰਾਜ ਜੀ ਨੇ ਕਿਹਾ ਭਾਈ ਲਾਲੋ ਭਾਵੇਂ ਤੂੰ ਚੱਲ ਜਾ, ਅਸੀਂ ਨਹੀਂ ਜਾਣਾ, ਅਸੀਂ ਇੱਥੇ ਹੀ ਪ੍ਰਸ਼ਾਦਾ ਛਕਣਾ, ਜੋ ਤੈਨੂੰ ਲੱਗਦਾ ਬਣਾ ਲੈ। ਉਹਨੇ ਪਿਆਰਿਓ ਜੋ ਕੋਦਰੇ ਦੀ ਰੋਟੀ ਹੈ, ਸੁੱਕੀ ਜੀ ਰੋਟੀ ਬਣਾ ਦਿੱਤੀ। ਚੁੱਲ੍ਹਾ ਜਦੋਂ ਜਗ ਗਿਆ, ਕਿਸੇ ਨੇ ਜਾ ਕਰਕੇ ਸ਼ਿਕਾਇਤ ਕਰ ਦਿੱਤੀ ਹੈ। ਤੇ ਫਿਰ ਜਦੋਂ ਸਾਰੇ ਲੋਕ ਆ ਗਏ, ਗੁਰੂ ਨਾਨਕ ਦੇਵ ਜੀ ਮਹਾਰਾਜ ਨਹੀਂ ਆਏ, ਤਾਂ ਸਤਿਗੁਰੂ ਮਹਾਰਾਜ ਜੀ ਨੂੰ ਫਿਰ ਜ਼ਬਰੀ ਉਹ ਫੜ ਕੇ ਲੈ ਕੇ ਆਏ। ਜ਼ਬਰੀ ਫੜ ਕੇ ਲੈ ਕੇ ਆ ਕਰਕੇ ਫਿਰ ਮਲਕ ਭਾਗੋ ਦੇ ਅੱਗੇ ਪੇਸ਼ ਕਰਨਾ ਕੀਤਾ। ਮਲਕ ਭਾਗੋ ਕਹਿੰਦਾ ਕਿਸ ਤਰ੍ਹਾਂ ਇਹ ਪ੍ਰਸ਼ਾਦਾ ਨਹੀਂ ਛਕਦੇ, ਮੈਂ ਵੇਖਦਾ, ਮੈਂ ਤੱਕਦਾ। ਆਪਣੇ ਸੇਵਾਦਾਰਾਂ ਨੂੰ ਕਹਿੰਦਾ ਭਾਈ ਜਾਓ, ਵੱਡਾ ਥਾਲ ਜਿਹੜਾ 36 ਪਦਾ ਅੱਗੇ ਰੱਖ ਦਿੱਤਾ। ਤੇ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਵੇਖ ਕਰਕੇ ਨੱਕ ਚੜਾਉਣਾ ਕੀਤਾ। ਕਹਿੰਦਾ ਮਹਾਰਾਜ ਕੀ ਗੱਲ ਹੈ? ਮਹਾਰਾਜ ਕਹਿੰਦੇ ਕਿ ਇਹਦੇ ਵਿੱਚੋਂ ਮੈਨੂੰ ਖੂਨ ਦੀ ਬਦਬੂ ਆ ਰਹੀ ਹੈ, ਖੂਨ ਪਸੀਨੇ ਦੀ ਬਦਬੂ ਆ ਰਹੀ ਹੈ। ਕਹਿੰਦਾ ਮਹਾਰਾਜ ਕਮਾਲ ਦੀ ਗੱਲ ਹੈ, ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ਬੂ ਆ ਰਹੀ ਹੈ, ਤੁਹਾਨੂੰ ਕਿਸ ਤਰ੍ਹਾਂ ਇਹ ਬਦਬੂ ਆ ਰਹੀ ਹੈ? ਤਾਂ ਮਹਾਰਾਜ ਜੀ ਨੇ ਪਿਆਰਿਓ ਇਤਿਹਾਸ ਦੇ ਵਿੱਚ ਬਚਨ ਆਉਂਦਾ ਤੇ ਇੱਕ ਹੱਥ ਦੇ ਵਿੱਚ ਉਹਦਾ ਪ੍ਰਸ਼ਾਦਾ ਲੈ ਕਰਕੇ, ਦੂਜੇ ਹੱਥ ਦੇ ਵਿੱਚ ਭਾਈ ਲਾਲੋ ਦਾ ਪ੍ਰਸ਼ਾਦਾ ਕੋਦਰੇ ਦੀ ਰੋਟੀ ਲੈ ਕਰਕੇ ਮਹਾਰਾਜ ਜੀ ਨੇ ਜਿਹੜਾ ਬਚਨ ਕੀਤਾ ਸੀ ਨਾ, ਉਹ ਬਚਨ ਭੁਗਤਾ ਕੇ ਦਿਖਾ ਦਿੱਤਾ। ਉਹਦੇ ਰੋਟੀ ਦੇ ਵਿੱਚੋਂ ਲਹੂ ਪਾਗ ਵਗ ਗਿਆ ਤੇ ਭਾਈ ਲਾਲੋ ਦੇ ਰੋਟੀ ਦੇ ਵਿੱਚੋਂ ਜਿਹੜਾ ਦੁੱਧ ਜਿਹੜਾ ਸਿਮ ਕੇ ਆਇਆ। ਇਹ ਕੀ ਕਾਰਨ ਸੀ? ਸਤਿਗੁਰੂ ਮਹਾਰਾਜ ਜੀ ਨੇ ਕਿਹਾ ਮਲਕ ਭਾਗੋ, ਤੂੰ ਇਹ ਜੋ ਲੋਕ ਜੋ ਹਨ, ਇਹਨਾਂ ਲੋਕਾਂ ਦਾ ਸ਼ੋਸ਼ਣ ਕਰਕੇ 364 ਦਿਨ ਇਹਨਾਂ ਨੂੰ ਤੂੰ ਮਾਰਦਾ, ਇਹਨਾਂ ਦੀ ਜੋ ਨੇਕ ਕਮਾਈ ਤੂੰ ਲੁੱਟ ਕੇ ਖਾਂਦਾ, ਇਹਨਾਂ ਦੀ ਖੂਨ ਪਸੀਨੇ ਦੀ ਕਮਾਈ ਤੂੰ ਲੁੱਟ ਕੇ ਖਾਂਦਾ, ਤੇ 364 ਦਿਨ ਇਹਨਾਂ ਨੂੰ ਲੁੱਟਣਾ ਹੈ। ਤੇ ਇੱਕ ਦਿਨ ਸਾਲ ਦੇ ਵਿੱਚ 365ਵਾਂ ਦਿਨ ਜਿਹੜਾ ਹੈ, ਇਹਨਾਂ ਦੀ ਮਾਇਆ ਲੈ ਕਰਕੇ, ਇਹਨਾਂ ਦੀ ਹੱਕ ਹਲਾਲ ਦੀ ਮਾਇਆ, ਇਹਨਾਂ ਦੀ ਖੂਨ ਪਸੀਨੇ ਦੀ ਮਾਇਆ ਆਪ ਹੜੱਪ ਕਰਕੇ ਇੱਕ ਦਿਨ ਲੰਗਰ ਲਗਾ ਦੇਣਾ, ਇੱਕ ਦਿਨ ਪ੍ਰਸ਼ਾਦਾ ਇਹਨਾਂ ਨੂੰ ਛਕਾ ਕਰਕੇ ਕਹਿਣਾ ਜੀ ਮੈਂ ਬਹੁਤ ਵੱਡਾ ਧਾਰਮਿਕ ਹਾਂ, ਇਸ ਤਰ੍ਹਾਂ ਆਪਣੀ ਪੂਜਾ ਕਰਾਉਣੀ ਹੈ। ਇਹ ਤਾਂ ਬਹੁਤ ਗਲਤ ਗੱਲ ਹੈ। ਜੇ ਇਸ ਤਰ੍ਹਾਂ ਹੀ ਤੂੰ ਸੇਵਾ ਹੀ ਕਰਨੀ ਤਾਂ ਸਦਾ ਵਾਸਤੇ ਇਹਨਾਂ ਦੀ ਸੇਵਾ ਕਰਨਾ ਕਰ। ਜਿਸ ਤਰ੍ਹਾਂ ਕਿ ਕੋਈ ਕੀ ਕਰਨਾ ਕਰੇ, ਕੋਈ ਬੰਦੇ ਨੂੰ ਰੋਜ਼ ਜਿਹੜਾ ਮਾਰੇ ਕੁੱਟੇ, ਰੋਜ਼ ਉਹਦਾ ਸ਼ੋਸ਼ਣ ਕਰਨਾ ਕਰੇ, ਤੇ ਸਾਲ ਦੇ ਵਿੱਚ ਇੱਕ ਵਾਰੀ ਫਿਰ ਵਧੀਆ ਨੂੰ ਕੱਪੜੇ ਪਵਾ ਕਰਕੇ ਵਧੀਆ ਨੂੰ ਪ੍ਰਸ਼ਾਦਾ ਛਕਾਵੇ, ਗੱਲ ਥੋੜੀ ਬਣ ਸਕਦੀ ਹੈ। ਇਹ ਤਾਂ ਇਹ ਗੱਲ ਹੋ ਗਈ ਹੈ ਕਿ ਸਤੀ ਪਾਪ ਕਰ ਸਤ ਕਮਾਏ। ਤੂੰ ਜੋ ਆਪਣੇ ਆਪ ਨੂੰ ਕਹਿੰਦਾ ਨਾ ਪਾਪ ਕਮਾਉਂਦਾ, ਲੇਕਿਨ ਇਹ ਦਾਨ ਕਰਕੇ ਕਹਿੰਦਾ ਜੀ ਮੈਂ ਬਹੁਤ ਹੋ ਸਕਦਾ। ਇਸ ਤਰ੍ਹਾਂ ਕਲਯੁਗ ਦੇ ਵਿੱਚ ਵਰਤਾਰਾ ਵਰਤ ਰਿਹਾ ਹੈ।
ਗੁਰ ਦੀਖਿਆ ਘਰ ਦੇਵਨ ਜਾਹੇ। ਅੱਗੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਜੋ ਅਖੌਤੀ ਗੁਰੂ ਜੋ ਹਨ, ਜਿਹੜੇ ਗੁਰੂ ਬਣ ਕਰਕੇ ਬੈਠ ਗਏ ਤੇ ਉਹਨਾਂ ਨੇ ਕੀ ਕਰਨਾ, ਅਸਲ ਦੇ ਵਿੱਚ ਸੇਵਕ ਦਾ ਫਰਜ਼ ਬਣਦਾ, ਸਿੱਖ ਦਾ ਫਰਜ਼ ਬਣਦਾ ਕਿ ਭਾਈ ਉਹ ਆਪਣੇ ਗੁਰੂ ਦੇ ਕੋਲ ਜਾਵੇ। ਇਹ ਜੋ ਸ਼ਲੋਕ ਆਪਾਂ ਪੜ੍ਹ ਰਹੇ ਨਾ ਪਿਆਰਿਓ, ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਵਾਰ ਦੀ ਇੱਕ ਪੂਰੀ ਪੌੜੀ ਇਸ ਪ੍ਰਥਾਏ ਉਚਾਰਨ ਕਰਨੀ ਕੀਤੀ ਹੈ। ਕਲਯੁਗ ਦੇ ਵਿੱਚ ਕੀ ਵਰਤਾਰਾ ਵਰਤਣ ਵਾਲਾ ਜਾਂ ਕੀ ਵਰਤ ਰਿਹਾ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੇ ਵਾਰਾਂ ਦੇ ਵਿੱਚ ਬਚਨ ਕਰਨਾ ਕੀਤਾ ਕਿ ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਕਰੀ ਤਿਨਾੜੇ ਜਾਈ। ਜੋ ਸੇਵਕ ਹਨ ਉਹ ਆਪਣੇ ਘਰ ਦੇ ਵਿੱਚ ਬੈਠਣਗੇ ਤੇ ਗੁਰੂ ਜਿਹੜਾ ਹੈ ਉਹਨਾਂ ਦੇ ਘਰ ਦੇ ਵਿੱਚ ਜਾਵੇਗਾ, ਉਹਨਾਂ ਦੇ ਘਰ ਦੇ ਵਿੱਚ ਜਾ ਕਰਕੇ ਕਵੇਗਾ ਕਿ ਆਓ ਭਾਈ, ਮੈਂ ਤੁਹਾਨੂੰ ਸਿੱਖਿਆ ਦਵਾਂਗਾ, ਮੈਂ ਤੁਹਾਨੂੰ ਦੀਖਿਆ ਦਵਾਂਗਾ। ਇਸ ਤਰ੍ਹਾਂ ਪਿਆਰਿਓ ਗੱਲ ਹੋਵੇਗੀ। ਅਸਲ ਦੇ ਵਿੱਚ ਜਿਹੜਾ ਜਿਗਿਆਸੂ ਹੁੰਦਾ ਹੈ ਸਿੱਖ, ਜਿਹੜਾ ਪਿਆਰਿਓ ਉਹ ਗੁਰੂ ਘਰ ਦੇ ਵਿੱਚ ਚੱਲ ਕਰਕੇ ਆਉਂਦਾ ਹੈ। ਦੇਖੋ ਗੁਰੂ ਘਰ ਬਣਿਆ ਹੋਇਆ ਹੈ ਤੇ ਜਿਹੜੇ ਸ਼ਰਧਾਲੂ ਸਿੱਖ ਹਨ ਉਹਨਾਂ ਦਾ ਫਰਜ਼ ਬਣਦਾ ਆਪ ਚੱਲ ਕਰਕੇ ਗੁਰੂ ਘਰ ਦੇ ਵਿੱਚ ਆਉਣਾ। ਇਹ ਤਾਂ ਪਿਆਰਿਓ ਜਿਹੜੇ ਚੜ੍ਹਦੀ ਕਲਾ ਵਾਲੇ ਹੁੰਦੇ ਹਨ ਉਹਨਾਂ ਦੀ ਗੱਲ ਹੈ, ਲੇਕਿਨ ਜ਼ਿਆਦਾ ਕਰਕੇ ਤਾਂ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨਾ ਲੱਗੀਐ ਪਾਏ। ਜੋ ਆਪਣੇ ਆਪ ਨੂੰ ਗੁਰੂ ਪੀਰ ਸਦਾਉਂਦੇ ਹਨ ਫਿਰ ਜਾ ਕਰਕੇ ਹੱਥ ਅੱਡ ਕਰਕੇ ਮੰਗਦੇ, ਉਹਨਾਂ ਦੇ ਲਾਗੇ ਨਹੀਂ ਲੱਗਣਾ ਚਾਹੀਦਾ। ਅਸਲ ਦੇ ਵਿੱਚ ਪਿਆਰਿਓ ਚੇਲੇ ਦਾ ਸਿੱਖ ਦਾ ਫਰਜ਼ ਬਣਦਾ ਆਪ ਚੱਲ ਕੇ ਆਪਣੇ ਗੁਰੂ ਦੇ ਕੋਲ ਆਵੇ, ਗੁਰੂ ਤੋਂ ਦੀਖਿਆ ਪ੍ਰਾਪਤ ਕਰੇ। ਤਾਂ ਹੀ ਤਾਂ ਪਿਆਰਿਓ ਫਿਰ ਉਹ ਗੁਰੂ ਦੀ, ਉਹ ਸੰਤ ਦੀ, ਉਹ ਮਹਾਂਪੁਰਖ ਦੀ ਮਹਾਨਤਾ ਵੀ ਰਹਿ ਜਾਂਦੀ ਹੈ। ਉਹ ਬਾਬਾ ਕਾਦਾ ਬਾਬਾ, ਉਹ ਗੁਰੂ ਕਾਦਾ ਗੁਰੂ ਹੈ ਜਿਹੜੇ ਆਪਣੇ ਚੇਲਿਆਂ ਦੇ ਘਰ ਦੇ ਵਿੱਚ ਆਪਣਾ ਭਾਉ ਪ੍ਰਗਟ ਕਰੇਗਾ। ਇਸਤਰੀ ਪੁਰਖ ਨੂੰ ਜਾਈ ਕੋਈ ਮਰਿਆਦਾ ਨਹੀਂ ਰਵੇਗੀ। ਜਿਹੜੇ ਕਹਿਣਗੇ ਕਿ ਭਾਈ ਅਸੀਂ ਤਾਂ ਨੇ ਕਹਿਣਾ ਅਸੀਂ ਸਤੀ ਹਾਂ, ਅਸੀਂ ਜਾਤ ਦੇ ਵਿੱਚ ਕਾਇਮ ਹਾਂ ਜੀ, ਅਸੀਂ ਆਪਣੇ ਪਤੀ ਦੇ ਹਾਂ, ਤੇ ਪਤੀ ਅੱਗੋਂ ਕਹਿਣਾ ਕਿ ਨਹੀਂ। ਲੇਕਿਨ ਜਦੋਂ ਪੈਸੇ ਦੀ ਆ ਜਾਵੇਗੀ ਫਿਰ ਕਈ ਵਾਰੀ ਪਿਆਰਿਓ ਅੱਜ ਆਪਾਂ ਆਪ ਵੇਖਦੇ ਹਾਂ ਕਿ ਮਾਇਆ ਦੇ ਖਾਤਰ ਬੰਦਾ ਕੀ ਕੁਛ ਨਹੀਂ ਕਰ ਜਾਂਦਾ। ਕਈ ਇਹੋ ਜਿਹੇ ਲਾਲਚੀ ਪਤੀ ਹੁੰਦੇ ਹਨ, ਮਾਫ ਕਰਨਾ ਹੈ ਪਿਆਰਿਓ ਹਕੀਕਤ। ਸਤਿਗੁਰੂ ਮਹਾਰਾਜ ਨੇ ਜਦੋਂ ਗੁਰਬਾਣੀ ਦੇ ਵਿੱਚ ਵੀ ਦੱਸਾ ਉਹਦੀ ਵਿਆਖਿਆ ਤਾਂ ਕਰਨੀ ਬਣੀ ਹੈ। ਪਤਾ ਲੱਗ ਜਾਵੇ ਕਿ ਭਾਈ ਫਲਾਣੇ ਦੇ ਕੋਲ ਮਾਇਆ ਹੈ। ਕਈ ਵਾਰੀ ਪਿਆਰਿਓ ਜਿਹੜੇ ਪਤੀ ਅੱਖ ਘਰ ਵਾਲੀਆਂ ਨੂੰ ਸਿਰਫ ਖੱਟੀਆ ਭਾਓ, ਮਾਇਆ ਦੇ ਨਾਲ ਪ੍ਰੇਮ ਹੈ, ਮਾਇਆ ਨੂੰ ਕਮਾਉਣ ਵਾਸਤੇ ਆਪਣੀਆਂ ਘਰ ਵਾਲੀਆਂ ਨੂੰ ਉੱਥੇ ਛੱਡ ਕੇ ਆਉਣਗੇ, ਇਹੋ ਜਿਹਾ ਕੰਮ ਹੋਵੇਗਾ। ਬੀਬੀਆਂ ਜਿਹੜੀਆਂ ਹਨ ਮਾਇਆ ਦੇ ਘਰ ਆਜਰਿਓ ਆਪਾਂ ਸੰਸਾਰ ਦੇ ਵਿੱਚ ਬਹੁਤ ਦੇ ਵਿੱਚ ਇਹ ਸਭ ਕੁਝ ਵੇਖ ਰਹੇ ਹਾਂ। ਤਰੀ ਦੇਖੋ ਕਈ ਵਾਰੀ ਕਈ ਬੀਬੀਆਂ ਜੋ ਹਨ ਉਹ ਜਾ ਕਰਕੇ ਆਪਣੀਆਂ ਪਤਨੀਆਂ ਦਾ ਸੌਦਾ ਕਰਕੇ ਆਉਂਦੇ, ਪਤਨੀਆਂ ਨੂੰ ਦੂਜੇ ਦੇ ਕੋਲ ਭੇਜ ਦਿੰਦੇ ਘਰ ਵਾਸਤੇ, ਸਿਰਫ ਮਾਇਆ ਦੇ ਵਾਸਤੇ। ਕੋਈ ਰਿਸ਼ਤਾ ਨਾਤਾ ਨਹੀਂ ਜਾਵੇਗਾ। ਫਿਰ ਸਾਹਿਬ ਜੀ ਨੇ ਕਿਹਾ ਨਾ ਕੋ ਹੈ ਲੜਕਾ ਬੇਟੀ ਲੜਕੀ ਵੇਚੈ ਕੋਏ ਸੰਤ ਕਰੇ ਬਨਜ ਕਰੇ। ਇਹੋ ਜਿਹੇ ਲੋਕ ਜਿਹੜੇ ਹਨ ਜਿਨ੍ਹਾਂ ਨੇ ਇੱਕ ਵਿਆਪਾਰ ਬਣਾ ਦਿੱਤਾ, ਕੋਈ ਆਪਣੀਆਂ ਧੀਆਂ ਨੂੰ ਬੱਚਿਆਂ ਨੂੰ ਵੇਚ ਰਿਹਾ ਹੈ, ਜਾਓ ਇਹਨੂੰ ਲੈ ਕੇ ਜਾਓ ਜੀ, ਜਿੰਨੀ ਮਰਜ਼ੀ ਇੰਨੀ ਮਾਇਆ ਦੇ ਦਿਓ। ਕੋਈ ਬੱਚਿਆਂ ਨੂੰ ਵੇਚ ਰਿਹਾ ਹੈ ਤੇ ਇਹ ਅਸੀਂ ਰੱਬ ਦੇ ਨਾਲ ਕਰ ਲੈਣਾ ਹੈ। ਉਹ ਕਬੀਰ ਸਾਹਿਬ ਜੀ ਦੇ ਨਾਲ ਸੌਦਾ ਕਰਨਾ ਚਾਹੁੰਦੇ ਹਨ, ਉਹ ਰੱਬ ਦੇ ਨਾਲ ਵੀ ਸੌਦਾਗਰੀ ਕਰਨਾ ਚਾਹੁੰਦੇ ਹਨ। ਉਹ ਰੱਬ ਦਾ ਕਰਨਾ ਚਾਹੁੰਦੇ ਹਨ। ਭਾਵੇਂ ਆਵ ਕੋਈ ਕਿੱਥੋਂ ਕੋਈ ਆ ਜਾਵੇ, ਭਾਵੇਂ ਕੋਈ ਕਿੱਥੇ ਚੱਲ ਜਾਵੇ, ਕੋਈ ਇਹਨਾਂ ਨੂੰ ਪੁੱਛਣ ਵਾਲਾ ਵੀ ਨਹੀਂ ਹੈ। ਅੱਜ ਕਈ ਵਾਰੀ ਪਿਆਰਿਓ ਆਪਾਂ ਵੇਖਦੇ ਹਾਂ ਅੱਜ ਕੱਲ ਦੀ ਜੋ ਨੌਜਵਾਨ ਪੀੜ੍ਹੀ ਹੈ ਉਹ ਇਹੀ ਕਹਿੰਦੇ ਕਿ ਭਾਈ ਸਾਨੂੰ ਆਜ਼ਾਦੀ ਚਾਹੀਦੀ ਹੈ, ਸਾਨੂੰ ਇੰਡੀਪੈਂਡੈਂਟ ਚਾਹੀਦਾ ਹੈ, ਕੋਈ ਸਾਨੂੰ ਪੁੱਛੇ ਨਾ। ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਕੀ ਹੁੰਦਾ ਹੈ ਤੇ ਬੱਚੇ ਤੇ ਬੱਚੀਆਂ ਦੇ ਉੱਤੇ ਵੀ ਨਿਗਾਹ ਰੱਖੀ ਸੀ। ਜੇ ਬੱਚੀ ਦੇਖੋ ਪਤਾ ਹੁੰਦਾ ਕਿ ਇਹ ਉਹਦਾ ਟਾਈਮ ਹੈ ਸਕੂਲ ਦਾ, ਇਹ ਉਹਦੇ ਕਾਲਜ ਸਮਾਂ ਹੈ, ਉਹ ਤੋਂ 10-15 ਤੇ ਪਰਵਾਲੇ ਫਿਕਰ ਵਿੱਚ ਵੇਖਦੇ ਬੱਚੀ ਕੇ ਚੱਲ ਗਈ, ਨੂੰ ਡਾਂਟ ਸੀ ਕਿਹਾ ਜਾਂਦਾ ਸੀ ਗਈ ਜਾਂ ਹੁਣ ਕਰਕੇ ਕੋਈ ਪੁੱਛਣ ਵਾਲਾ ਨਹੀਂ ਹੈ, ਭਾਵੇਂ ਆਓ ਭਾਵੇਂ ਜਾਓ।
ਕੋਈ ਜਾਂ ਭਾਵੇਂ ਜੋ ਮਰਜੀ ਆ ਜਾ। ਹੁਣ ਕੋਈ ਨੌਜਵਾਨ ਬੱਚਿਆਂ ਕਿ ਬੇਟਾ ਦੱਸ ਤੇਰਾ ਤਾਂ ਸਕੂਲ ਇੰਨੇ ਵਜੇ ਛੁੱਟ ਗਿਆ, ਤੂੰ ਇੰਨਾ ਲੇਟ ਕਿਉਂ ਆਈ ਜਾਂ ਕਿਉਂ ਆਇਆ? ਅੱਗੋਂ ਜੋ ਸ਼ਾਸਤਰ ਹਨ, ਧਾਰ ਗ੍ਰੰਥ ਆਦਿਕ ਹਨ, ਬੇਸ਼ੱਕ ਛਪਾਈ ਤਾਂ ਹੋਵੇਗੀ, ਬਹੁਤ ਸਾਰੇ ਉਹਦੇ ਐਡੀਸ਼ਨ ਛਪ ਜਾਣਗੇ, ਲੇਕਿਨ ਉਹਨਾਂ ਨੂੰ ਪੜਨ ਵਾਲਾ ਜਾਂ ਉਹਨਾਂ ਨੂੰ ਮੰਨਣ ਵਾਲਾ ਕੋਈ ਨਹੀਂ ਰਵੇਗਾ। ਆਪੈ ਪੂਜਾ ਹੋਏ। ਜਿਹੜਾ ਕੋਈ ਸਿਆਣਾ ਹੋਵੇ ਨਾ ਇਸ ਪਾਸੇ ਸਿਰਫ ਪੂਜਾ ਕਰਾਉਣ ਦੇ ਵਾਸਤੇ, ਉਹ ਆਪਣੀਆਂ ਪੂਜਾ ਉਹਨੇ ਕਰਾਉਣੀ ਹੈ, ਤੇ ਲੋਕ ਜੋ ਹਨ ਦੂਜੇ ਪਾਸੇ ਲੱਗਦੇ, ਰੱਬ ਦੇ ਪਾਸੇ ਗੁਰੂਆਂ ਦੇ ਪਾਸੇ ਲੱਗਦੇ, ਉਹਨਾਂ ਨੂੰ ਤੋੜ ਕਰਕੇ ਆਪਣੀ ਪੂਜਾ ਕਰਾਉਣੀ ਹੈ, ਬਸ ਇਹੀ ਕੰਮ ਚੱਲੇਗਾ। ਇਸ ਕਰਕੇ ਪਿਆਰਿਓ ਇਹ ਬੇਨਤੀ ਹੈ, ਜਦੋਂ ਵੀ ਆਪਾਂ ਬੇਸ਼ੱਕ ਕਈ ਵਾਰੀ ਸਿੱਖਾਂ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਜੋ ਬਣ ਕਰਕੇ ਬੈਠੇ ਹੋਏ ਹਨ, ਤੇ ਉਹਨਾਂ ਨੇ ਵੀ ਇੱਕ ਇਹ ਕਰ ਲਿਆ ਕਿ ਭਾਈ ਗੁਰੂ ਅਖਵਾਉਣਾ ਨਹੀਂ ਹੈ, ਕਿਉਂਕਿ ਕੁਝ ਸ਼ਬਦ ਇਹ ਬੜੇ ਚਲਾਕ ਹੁੰਦੇ ਹਨ, ਬੜੇ ਸ਼ਤੀਰ ਹੁੰਦੇ ਹਨ, ਤੇ ਲੋਕਾਂ ਨੂੰ ਕਹਿੰਦੇ ਕਿ ਨਹੀਂ ਜੀ ਮੈਂ ਗੁਰੂ ਨਹੀਂ ਆ, ਮੈਨੂੰ ਗੁਰੂ ਨਾ ਬੋਲੋ। ਬੇਸ਼ੱਕ ਇਹ ਚੀਜ਼ ਨੂੰ ਤਾਂ ਵਰਜਦੇ, ਲੇਕਿਨ ਉਹ ਸਾਰੇ ਕੰਮ ਉਹੀ ਕਰਦੇ। ਪੂਜਾ ਕਹਿੰਦੇ ਜੀ ਗੁਰੂਆਂ ਵਰਗੀ ਮੇਰੀ ਪੂਜਾ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਗੁਰੂ ਨੂੰ ਆਪਾਂ ਮੰਨਦੇ ਹਾਂ ਉਸ ਤਰ੍ਹਾਂ ਮੈਨੂੰ ਮੰਨੋ, ਮੇਰਾ ਮੰਨ ਕੇ ਚਲੋ, ਮੇਰੀ ਆਗਿਆ ਵਿੱਚ ਚਲੋ, ਲੇਕਿਨ ਮੈਨੂੰ ਗੁਰੂ ਨਾ ਬੋਲੋ ਕਰਕੇ। ਇਸ ਤਰ੍ਹਾਂ ਬਹੁਤ ਸਾਰੇ ਸ਼ੋਸ਼ਣ ਕਰਨ ਵਾਲੇ ਅੱਜ ਵੀ ਮੌਜੂਦ ਹਨ। ਇਸ ਕਰਕੇ ਪਿਆਰਿਓ ਗੁਰੂ ਸਾਹਿਬ ਦੀ ਜਦੋਂ ਗੱਲ ਆਉਂਦੀ ਨਾ, ਭਾਵੇਂ ਕੋਈ ਜਿੰਨਾ ਮਰਜੀ ਵੱਡਾ ਮਹਾਂਪੁਰਖ ਹੋਵੇ, ਜੋ ਮਰਜੀ ਉਹਦੀ ਕਮਾਈ ਹੋਵੇ, ਲੇਕਿਨ ਸਾਰੇ ਪਿਆਰਿਓ ਗੁਰੂ ਸਾਹਿਬ ਜੀ ਤੋਂ ਥੱਲੇ ਹਨ। ਕਈ ਪਿਆਰਿਓ ਇਹੋ ਜਿਹੇ ਲੋਕ ਅੱਜ ਵੀ ਸਿੱਖ ਸੰਪਰਦਾਵਾਂ ਦੇ ਵਿੱਚ ਆਪਾਂ ਵੇਖਦੇ ਹਾਂ, ਤੇ ਕਈ ਕਹਿ ਦਿੰਦੇ ਕਿ ਲਓ ਜੀ ਸਾਡਾ ਬਾਬਾ ਜੋ ਹੈ ਉਹ ਤਾਂ ਗੁਰੂ ਨਾਨਕ ਦਾ ਰੂਪ ਸੀ। ਕੋਈ ਕਹਿੰਦਾ ਜੀ ਸਾਡਾ ਬਾਬਾ ਉਹਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਨੂੰ ਦਰਸ਼ਨ ਹੁੰਦੇ। ਕੋਈ ਕਹਿੰਦਾ ਸਾਡਾ ਬਾਬਾ ਉਹਦੇ ਸਰੀਰ ਵਿੱਚ ਬਾਬਾ ਦੀਪ ਸਿੰਘ ਆਉਂਦੇ। ਭਾਈ ਜੇ ਇਸ ਤਰ੍ਹਾਂ ਕੋਈ ਬੋਲੇ ਨਾ ਦੀਪ ਸਿੰਘ ਆਉਂਦੇ ਤਾਂ ਝਟਕਾਓ ਉਹਦਾ ਸੀਸ ਤੇ ਕਹਿ ਚੱਲ ਭਾਈ ਲੈ ਆਪਣੇ ਤਲੀ ਦੇ ਉੱਤੇ ਸੀਸ। ਇਸ ਤਰ੍ਹਾਂ ਕਈ ਪਿਆਰਿਓ ਗਲਤ ਲੋਕਾਂ ਨੂੰ ਬਹਿਕਾ ਕਰਕੇ ਆਪਣੀ ਪੂਜਾ ਕਰਾਉਣ ਦੇ ਵਾਸਤੇ। ਇਸ ਕਰਕੇ ਪਿਆਰਿਓ ਸਾਨੂੰ ਵੀ ਸੁਚੇਤ ਰਹਿਣਾ ਚਾਹੀਦਾ। ਜੇ ਆਮ ਸੰਗਤ ਜੇ ਸੁਚੇਤ ਹੋ ਜਾਵੇ ਤੇ ਬਸ ਉਹਨਾਂ ਦੀ ਦੁਕਾਨਦਾਰੀ ਬੰਦ ਆਪਾਂ ਕਰ ਸਕਦੇ ਹਾਂ। ਬੇਸ਼ੱਕ ਕੋਈ ਚੜ੍ਹਦੀ ਕਲਾ ਵਾਲਾ ਮਹਾਂਪੁਰਖ ਹੋਵੇ, ਸਤਿਕਾਰ ਕਰਨਾ ਕਰੋ ਉਹਦਾ ਸਤਿਕਾਰ, ਇੱਕ ਸੰਤ ਜਾਣ ਕਰਕੇ, ਇੱਕ ਗੁਰੂ ਕਾ ਸਿੱਖ ਜਾਣ ਕਰਕੇ। ਭਾਵੇਂ ਕੋਈ ਜਿੰਨਾ ਮਰਜੀ ਵੱਡਾ ਹੋ ਜਾਵੇ, ਗੁਰੂ ਸਾਹਿਬ ਦੇ ਨਾਲ ਉਹਦੀ ਤੁਲਨਾ ਕਦੇ ਵੀ ਨਹੀਂ ਦੇਣੀ ਚਾਹੀਦੀ ਹੈ। ਆਪਾਂ ਕਈ ਵਾਰੀ ਫਿਰ ਕੀ ਕਰਦੇ ਹਾਂ, ਉਹਨਾਂ ਦੀ ਤੁਲਨਾ ਗੁਰੂ ਸਾਹਿਬਾਂ ਦੇ ਨਾਲ ਕਰ ਦਿੰਦੇ ਹਾਂ। ਕਈ ਪਿਆਰਿਓ ਇਹੋ ਜਿਹੀਆਂ ਕਿਤਾਬਾਂ ਛਪ ਗਈਆਂ, ਉਹਦੇ ਵਿੱਚ ਜਦੋਂ ਆਪਾਂ ਇਤਿਹਾਸ ਉਹਨਾਂ ਦਾ ਪੜ੍ਹਦੇ ਹਾਂ, ਇੰਨਾ ਗੱਪ ਉਹਦੇ ਵਿੱਚ ਲਿਖਿਆ ਗਿਆ। ਇਹੋ ਜਿਹੀਆਂ ਕਹਾਣੀਆਂ ਬਣਾ ਕਰਕੇ, ਜ਼ਿਆਦਾ ਸਮਾਂ ਨਹੀਂ 15-20 ਸਾਲ ਪਹਿਲੇ ਜਾਂ ਹੁਣ ਵੀ ਕਈ ਹਨ, ਤੇ ਮਹਾਰਾਜ ਜੀ ਦਾ ਇਤਿਹਾਸ ਜੋ ਹੈ ਉਹਨਾਂ ਦੇ ਸਾਹਮਣੇ ਫਿੱਕਾ ਪੈ ਜਾਂਦਾ। ਆਪਣੀ ਪੂਜਾ ਕਰਾਉਣ ਵਾਸਤੇ ਕੁਛ ਵੀ ਕਿਤਾਬਾਂ ਛਪਾ ਕਰਕੇ ਜੀ ਮੀਂਹ ਨਹੀਂ ਪੈ ਰਿਹਾ ਸੀ ਜੀ, ਬਾਬਾ ਜੀ ਨੇ ਕਹਿ ਦਿੱਤਾ ਇੰਦਰ ਦੇਵ ਮੀਂਹ ਵਰਖਾ, ਉਸੇ ਵੇਲੇ ਮੀਂਹ ਪੈ ਗਿਆ। ਬੋਲੋ ਵਾਹਿਗੁਰੂ। ਤੇ ਫਿਰ ਕੋਈ ਕਹਿੰਦਾ ਜੀ ਆ ਜੀ ਸਾਡਾ ਬਾਬਾ ਉੱਥੇ ਗਿਆ, ਉਹ ਦੇਵਤਾ ਨਹੀਂ ਆਇਆ, ਉਹਨੇ ਦੇਵਤੇ ਨੂੰ ਸ਼ਰਾਪ ਦੇ ਦਿੱਤਾ, ਦੇਵਤਾ ਭੱਜ ਗਿਆ। ਕੋਈ ਕਹਿੰਦਾ ਜੀ ਨਾਰਦ ਮੁਨੀ ਆਉਂਦਾ ਸੀ ਰੋਜ਼ ਸਾਡੇ ਬਾਬੇ ਦੇ ਕੋਲ। ਇਹੋ ਜਿਹੀਆਂ ਗੱਪਾਂ ਪਿਆਰਿਓ, ਤੇ ਇਸ ਤਰ੍ਹਾਂ ਗੱਪਾਂ ਮਾਰ ਮਾਰ ਕਰਕੇ ਆਪਣੇ ਬਾਬੇ ਦਾ, ਤੇ ਮਹਾਰਾਜ ਜੀ ਨੇ ਕਿਹਾ ਨਾ, ਤੇ ਆਪੋ ਆਪੇ ਪੂਜਾ ਹੋਏ। ਆਪਣੀ ਪੂਜਾ ਨਾਮ ਗੁਰੂ ਸਾਹਿਬ ਦਾ ਵਰਤਦੇ ਹਨ, ਬਾਣੀ ਗੁਰੂ ਸਾਹਿਬ ਦੀ ਵਰਤਦੇ ਹਨ, ਲੇਕਿਨ ਪੂਜਾ ਦਾ ਜਦੋਂ ਗੱਲ ਆਉਂਦੀ ਹੈ ਕਹਿੰਦੇ ਜੀ ਪੂਜਾ ਮੇਰੀ ਕਰੋ। ਅੱਜ ਵੀ ਕਈ ਸੰਪਰਦਾਇ ਵਾਲੇ ਪਿਆਰਿਓ ਹੁੰਦੇ ਹਨ, ਉਹ ਸਿੱਖਾਂ ਦੀ ਜਮਾਤ ਦੇ ਵਿੱਚ ਹੀ ਹੈ, ਤੇ
ਆਸਰਾ ਲੈਂਦੇ ਗੁਰਬਾਣੀ ਦਾ, ਵਿਚਾਰ ਕਰਦੇ ਗੁਰੂ ਕੀ ਬਾਣੀ ਦੀ। ਤੇ ਜਦੋਂ ਪੂਜਾ ਦੀ ਗੱਲ ਆਉਂਦੀ ਤੇ ਮਹਾਰਾਜ ਜੀ ਦੇ ਨਾਲ ਨਹੀਂ ਜੋੜਨਾ, ਕਹਿਣਾ ਜੀ ਮੇਰੀ ਪੂਜਾ ਕਰੋ ਜੀ, ਮੈਨੂੰ ਮਾਇਆ ਚੜਾਓ। ਇਹੋ ਜਿਹੇ ਲੋਕ, ਇਹਨਾਂ ਦਾ ਵਰਤਾਰਾ। ਤੇ ਦਾਸ ਵੱਲੋਂ ਇਹ ਬੇਨਤੀ ਹੈ, ਜੋ ਮਰਜ਼ੀ ਹੋ ਜਾਵੇ, ਭਾਵੇਂ ਕੋਈ ਜਿੰਨਾ ਮਰਜ਼ੀ ਵੱਡਾ ਮਹਾਂਪੁਰਖ ਹੋਵੇ, ਅਤੀ ਤੋਂ ਅਤੀ ਸਤਿਕਾਰ ਵਾਚਕ ਕਿਉਂ ਨਾ ਹੋਵੇ, ਸਤਿਕਾਰ ਕਰੋ ਉਹਦੇ ਨਾਲ। ਚਲੋ ਵਧੀਆ ਜੀਵਨ ਹੈ, ਉਹਨਾਂ ਦਾ ਕਰਨਾ ਵੀ ਚਾਹੀਦਾ, ਲੇਕਿਨ ਗੁਰੂ ਸਾਹਿਬ ਦੇ ਤੁੱਲ ਨਹੀਂ। ਗੁਰੂ ਸਾਹਿਬ ਦੀ ਗੱਲ ਆਉਂਦੀ ਹੈ ਨਾ ਪਿਆਰਿਓ, ਬਸ ਉਹ ਤਾਂ ਪਰੇ ਦੀ ਗੱਲ ਹੈ। ਹਾਂ, ਜਿਹੜਾ ਗੁਰੂ ਸਾਹਿਬ ਨੂੰ ਰੋਕ ਕਰਕੇ ਸਿਰਫ ਆਪਣੇ ਨਾਲ ਜੋੜਦਾ, ਕਹਿੰਦਾ ਜੀ ਮੇਰੇ ਨਾਲ ਜੁੜ ਜਾਓ, ਮੈਂ ਤੁਹਾਡਾ ਉਧਾਰ ਕਰਾਂਗਾ, ਉਹ ਤੋਂ ਫਿਰ ਬਚ ਕੇ ਰਿਹਾ ਜੇ, ਉਹਦੇ ਲਾਗੇ ਨਾ ਜਾਓ। ਜੇ ਉਹਦੇ ਲਾਗੇ ਚੱਲ ਗਏ, ਉਹਨੇ ਤੁਹਾਡਾ ਵੀ ਬੇੜਾ ਡੋਬ ਦੇਣਾ ਹੈ। ਇਸ ਤਰ੍ਹਾਂ ਲੋਕੀ ਸੰਸਾਰ ਦੇ ਵਿੱਚ ਆਪਣੇ ਆਪਣੇ ਪੂਜਕ ਹੋਣਗੇ। ਕਾਜੀ ਹੋਏ ਕੈ ਬਹਿ ਨਿਆਏ। ਅੱਗੇ ਮਹਾਰਾਜ ਜੀ ਨੇ ਕਿਹਾ, ਕਿਉਂਕਿ ਉਹ ਜ਼ਮਾਨਾ ਜਿਹੜਾ ਸੀ ਨਾ ਪਿਆਰਿਓ, ਕਾਜੀਆਂ ਦਾ ਸੀ। ਅੱਜ ਜਿਸ ਤਰ੍ਹਾਂ ਆਪਾਂ ਬੋਲਦੇ ਨਾ ਕਿ ਜੀ ਕੋਈ ਫਲਾਨਾ ਕੇਸ ਪੈ ਗਿਆ, ਮੈਂ ਮੈਜਿਸਟ੍ਰੇਟ ਦੇ ਕੋਲ ਗਿਆ, ਕੋਰਟ ਦੇ ਵਿੱਚ ਗਿਆ, ਲੇਕਿਨ ਜੱਜ ਨੇ ਨਿਆਂ ਨਹੀਂ ਕਰਨਾ ਕੀਤਾ। ਕੀ ਹੁੰਦਾ? ਕਾਜੀ ਹੋਏ ਕੈ ਬਹਿ ਨਿਆਏ। ਅੱਜ ਦੇ ਜੋ ਜੱਜ ਵੀ ਜਿਹੜੇ ਕਈ ਵਾਰੀ ਪਿਆਰਿਓ ਨਿਆਂ ਮਿਲਦਾ, ਕਈ ਜਿਹੜੇ ਲਾਲਚੀ ਜਿਹੜੇ ਹੁੰਦੇ ਹਨ, ਉਹ ਮਾਇਆ ਲੈ ਕਰਕੇ ਉਹ ਸੱਚ ਨੂੰ ਝੂਠ ਤੇ ਝੂਠ ਨੂੰ ਉਹ ਸੱਚ ਬਣਾ ਦਿੰਦੇ। ਉਹਨਾਂ ਜ਼ਮਾਨਿਆਂ ਦੇ ਵਿੱਚ ਤੁਰਕਾਂ ਦਾ, ਮੁਗਲਾਂ ਦਾ ਰਾਜ ਸੀ ਸਤਿਗੁਰੂ ਮਹਾਰਾਜ ਜੀ ਦੇ ਵੇਲੇ। ਤੇ ਜਿਸ ਤਰ੍ਹਾਂ ਅੱਜ ਜੋ ਹੈ ਕਾਨੂੰਨ ਜਿਹੜਾ ਧਾਰਾ ਬਣ ਗਿਆ, ਭਾਰਤ ਦਾ ਸੰਵਿਧਾਨ ਬਣ ਗਿਆ, ਉਹਦੇ ਤਹਿਤ ਜੱਜ ਜਿਹੜਾ ਹੈ ਫੈਸਲੇ ਕਰਦਾ, ਉਹਦੀ ਪੜ੍ਹਾਈ ਕਰਨੀ ਪੈਂਦੀ ਹੈ। ਤੇ ਕੋਈ ਵੀ ਜਾਤੀ ਦਾ, ਕਈ ਵਾਰੀ ਵੇਖਦੇ ਹਾਂ ਆਪਾਂ, ਹਿੰਦੂ ਹੁੰਦੇ ਜੱਜ, ਮੁਸਲਮਾਨ ਹੁੰਦੇ, ਸ਼ੈਡਿਊਲ ਕਾਸਟ ਵਾਲੇ ਵੀ ਜੱਜ ਹੁੰਦੇ ਹਨ। ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਜੱਜ ਜਿਹੜਾ ਸੀ ਸਿਰਫ ਕਾਜੀ ਹੁੰਦਾ ਸੀ। ਕਾਜੀ ਦਾ ਇਹੀ ਕੰਮ ਹੁੰਦਾ ਨਿਆਏ ਕਰਨਾ। ਤੇ ਕਾਜੀ ਜਿਹੜੇ ਹਨ ਉਹ ਕਾਜੀ ਹੋਏ ਕੈ ਬਹਿ ਨਿਆਏ, ਭਾਵ ਕਿ ਉਹ ਬੈਠ ਗਏ ਤੇ ਕਹਿੰਦੇ ਸੀ ਕਿ ਭਾਈ ਨਿਆਂ ਕਰਨਾ ਤੇ ਸਾਡੇ ਕੋਲ ਆਓ। ਫੇਰੇ ਤਸਬੀਹ ਕਰੇ ਖੁਦਾਏ। ਤੇ ਲੋਕਾਂ ਨੂੰ ਦਿਖਾਣ ਦੇ ਵਾਸਤੇ ਕਿ ਲਓ ਭਾਈ ਆਪਾਂ ਕੀ ਕਰਦੇ ਆ। ਕੋਈ ਬੰਦਾ ਪਿਆਰਿਓ ਜਦੋਂ ਕੋਈ ਨਾਮ ਜਪਦਾ, ਹੱਥ ਦੇ ਵਿੱਚ ਮਾਲਾ ਫੜਦਾ ਨਾ, ਜਾਂ ਧਾਰਮਿਕ ਉਹਨੇ ਕੱਪੜੇ ਪਾ ਲਏ ਜਾਂ ਲਿਬਾਸ ਧਾਰਨ ਕਰ ਲਿਆ, ਤੇ ਆਪਾਂ ਉਹਦੇ ਬਾਹਰੀ ਪੇਖ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਹਾਂ। ਤੇ ਇਸ ਕਰਕੇ ਆਪਾਂ ਨੂੰ ਲੱਗਦਾ ਯਾਰ ਇਹ ਬੜਾ ਚੰਗਾ ਬੰਦਾ ਹੈ, ਇਹ ਧਾਰਮਿਕ ਬੰਦਾ ਹੈ, ਤੇ ਇਹ ਧਾਰਮਿਕ ਹੋਵੇਗਾ, ਇਹਨੇ ਸਾਡੇ ਨਾਲ ਨਿਆਂ ਕਰਨਾ ਹੈ। ਕਈ ਵਾਰੀ ਪਿਆਰਿਓ ਇਹੋ ਜਿਹੀਆਂ ਟਰੀਕਾਂ ਜੋ ਹਨ, ਇਹੋ ਜਿਹੇ ਤਰੀਕੇ ਜਿਹੜੇ ਹਨ, ਤੇ ਕੁਝ ਲੋਕ ਦੁਕਾਨਦਾਰੀ ਵੀ ਜਦੋਂ ਕਰਦੇ ਨਾ, ਉਹਦੇ ਵਿੱਚ ਵੀ ਉਹ ਇਹੀ ਟਰੀਕਾਂ ਵਰਤਦੇ ਹਨ। ਕਈ ਕੀ ਕਰਦੇ, ਆਪਣੀ ਦੁਕਾਨ ਦੇ ਉੱਤੇ ਬੈਠ ਕਰਕੇ ਫਿਰ ਪਾਠ ਕਰੀ ਜਾਣਾ, ਮਾਲਾ ਫੇਰੀ ਜਾਣਾ, ਗੁਟਕਾ ਸਾਹਿਬ ਲੈ ਕਰਕੇ। ਕਈਆਂ ਨੂੰ ਲੱਗਦਾ ਲਓ ਭਾਈ ਇਹ ਕਿੰਨੇ ਚੰਗੇ ਬੰਦੇ ਹਨ, ਕਿੰਨਾ ਇਹ ਨਾਮ ਜਪਦਾ, ਇਹ ਤਾਂ ਜ਼ਿਆਦਾ ਨਹੀਂ ਠੱਗੇਗਾ। ਲੇਕਿਨ ਜਦੋਂ ਜਾਓ ਉਹਦੇ ਕੋਲ ਮਾਲ ਲੈਣ ਵਾਸਤੇ, ਸਿਰਫ ਇਹ ਦਿਖਾਵਾ ਹੁੰਦਾ ਹੈ। ਫਿਰ ਜਦੋਂ ਲੈਣ ਵਾਸਤੇ ਜਾਓ ਪੂਰੀ ਠੱਗੀ ਮਾਰਦੇ ਹਨ, ਪਰਮਾਤਮਾ ਦਾ, ਧਰਮ ਦਾ ਨਾਮ ਲੈ ਕਰਕੇ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਹ ਕਥਾ ਵਰਤਾਈ ਸੀ ਨਾ ਕਿ ਖੋਤੇ ਦੇ ਉੱਤੇ ਸ਼ੇਰ ਦੀ ਖਲ ਪਾ ਦਿੱਤੀ ਸਤਿਗੁਰੂ ਮਹਾਰਾਜ ਜੀ ਨੇ, ਤੇ ਫਿਰ ਸਾਰੇ ਪਿਲ ਗਿਆ। ਤੇ ਉਹਦਾ ਹੀ ਜਿਹੜਾ ਧੋਬੀ ਜਿਹੜਾ ਸੀ, ਉਹਨੇ 2-4 ਮਹਾਰਾਜ ਜੀ ਨੇ ਕਿਹਾ ਖਾਲਸਾ ਜੀ ਇਹ ਤੋਂ ਕੀ ਸਬਕ ਸਿੱਖਿਆ? ਸਾਰਿਆਂ ਨੇ ਹੱਥ ਜੋੜ ਦਿੱਤੇ, ਕਿਹਾ ਨਹੀਂ ਮਹਾਰਾਜ ਆਪ ਜੀ ਖੁਦ ਕਿਰਪਾ ਕਰੋ। ਮਹਾਰਾਜ ਨੇ ਕਿਹਾ ਇਸ ਤਰ੍ਹਾਂ ਦਾ ਹੀ ਵਰਤਾਰਾ ਜਿਹੜਾ ਹੈ ਕਲਯੁਗ ਦੇ ਵਿੱਚ ਵਰਤੇਗਾ। ਜੋ ਅੰਦਰੋਂ ਖੋਤੇ ਹੋਣਗੇ ਉਹਨਾਂ ਨੇ ਸ਼ੇਰ ਦੀ ਖਲ ਪਾ ਕਰਕੇ ਲੋਕਾਂ ਨੂੰ ਠੱਗਣਾ ਹੈ। ਅੰਦਰੋਂ ਜੋ ਬਦਮਾਸ਼ ਹੋਣਗੇ, ਬੇਈਮਾਨ ਹੋਣਗੇ, ਲੋਕਾਂ ਨੂੰ ਠੱਗਣ ਦੇ ਵਾਸਤੇ ਧਾਰਮਿਕ ਲਿਬਾਸ, ਧਾਰਮਿਕ ਵਸਤਰਾਂ ਨੂੰ ਉਹਨਾਂ ਨੇ ਧਾਰਨ ਕਰ ਲੈਣਾ, ਲੇਕਿਨ ਅੰਦਰ ਖਾਤੇ ਉਹ ਬੇਈਮਾਨ ਹੀ ਰਹਿਣਗੇ। ਇਹ ਬਾਹਰੀ ਲਿਬਾਸ ਧਾਰਨ ਕਰਕੇ ਉਹਨਾਂ ਨੇ ਲੋਕਾਂ ਦਾ ਰਾਜ ਕਰਕੇ ਸ਼ੋਸ਼ਣ ਕਰਨਾ ਹੈ। ਇਸ ਤਰ੍ਹਾਂ ਹੀ ਇਹ ਜੋ ਕਾਜੀ ਆਦਿਕ ਹੁੰਦੇ ਸੀ ਨਾ, ਇਹ ਕੀ ਕਰਦੇ, ਜਦੋਂ ਕੋਰਟ ਕਚਹਿਰੀ ਲੱਗਦੀ ਤੇ ਲੈ ਕਰਕੇ ਮਾਲਾ ਤਸਬੀਹ ਕਹਿੰਦੇ ਹਨ। ਫਿਰ ਇਹ ਤਸਬੀਹ ਕਰੇ ਖੁਦਾਏ। ਤਸਬੀਹ ਦਾ ਮਤਲਬ ਜਿਹਨੂੰ ਆਪਾਂ ਮਾਲਾ, ਉਹਦੀਆਂ ਗੁੱਲੀਆਂ ਜਿਹੜੀਆਂ ਹਨ ਘੁਮਾਈ ਜਾਂਦੇ ਹਨ। ਵੇਖਣ ਵਾਲੇ ਨੂੰ ਲੱਗਦਾ ਕਿ ਭਾਈ ਇਹ ਕਿੰਨਾ ਜ਼ਿਆਦਾ ਧਾਰਮਿਕ ਬੰਦਾ ਹੈ। ਜਿਸ ਤਰ੍ਹਾਂ ਕਿ ਪਿਆਰਿਓ ਆਪ ਜੀ ਨੇ
ਜਦੋਂ ਵੀ ਔਰੰਗਜ਼ੇਬ ਦੀ ਗੱਲ ਆਉਂਦੀ ਨਾ, ਔਰੰਗਜ਼ੇਬ ਦੇ ਬਾਬਤ ਤਾਂ ਆਪਾਂ ਇਹੀ ਕਹਿੰਦੇ ਕਿ ਬਹੁਤ ਵੱਡਾ ਕਰੂਰ ਬਾਦਸ਼ਾਹ ਹੋਇਆ, ਬਹੁਤ ਭੈੜਾ ਹੋਇਆ, ਅੱਤ ਦਾ ਅਤਿਆਚਾਰੀ ਸੀ। ਲੇਕਿਨ ਪਿਆਰਿਓ, ਕਦੇ ਉਹਦਾ ਜੀਵਨ ਤੁਸੀਂ ਪੜ੍ਹਨਾ ਕਰੋ। ਉਹ ਸਦਾ ਆਪਣੇ ਹੱਥ ਦੇ ਵਿੱਚ ਤਸਬੀਹ ਰੱਖਦਾ ਸੀ, ਮਾਲਾ ਰੱਖਦਾ ਸੀ, ਤੇ ਲੋਕਾਂ ਨੂੰ ਦਿਖਾਉਣ ਵਾਸਤੇ ਕੀ ਕਰਦਾ, ਤੇ ਲੋਕਾਂ ਨੂੰ ਕਹਿੰਦਾ ਜੀ ਮੈਂ ਹੱਕ ਹਲਾਲ ਦੀ ਕਮਾਈ ਦਾ ਖਾਂਦਾ ਹਾਂ। ਉਹ ਟੋਪੀਆਂ ਜੋ ਹਨ, ਮੁਸਲਮਾਨ ਟੋਪੀਆਂ ਜੋ ਪਾਉਂਦੇ ਨਾ, ਉਹ ਟੋਪੀਆਂ ਰੋਜ਼ ਉਹ ਬਣਾਉਂਦਾ ਸੀ, ਰੋਜ਼ ਬਣਾ ਕਰਕੇ ਵੇਚਣਾ, ਤੇ ਉਹ ਵੇਚ ਕਰਕੇ ਜਾਂ ਕਈ ਵਾਰੀ ਕੁਰਾਨ ਸ਼ਰੀਫ ਨੂੰ ਉਹ ਲਿਖ ਕਰਕੇ ਵੇਚਦਾ ਸੀ। ਅੱਜ ਵੀ ਪਿਆਰਿਓ 2-4 ਕੁਰਾਨ ਸ਼ਰੀਫ ਉਹਦੀਆਂ ਲਿਖੀਆਂ ਹੋਈਆਂ ਲੋਕਾਂ ਦੇ ਕੋਲ ਸੰਗ੍ਰਹਾਲय ਦੇ ਵਿੱਚ, ਮਿਊਜ਼ੀਅਮਾਂ ਦੇ ਵਿੱਚ, ਇਤਿਆਦਿਕ ਥਾਵਾਂ ਤੇ ਉਹ ਮੌਜੂਦ ਹਨ। ਤੇ ਲੋਕਾਂ ਨੂੰ ਕਹਿੰਦਾ ਕਿ ਭਾਈ ਮੈਂ ਇਹ ਰਾਜਸੀ ਮਾਇਆ ਨਹੀਂ ਵਰਤਦਾ, ਇਹ ਮੈਂ ਟੋਪੀਆਂ ਬਣਾ ਕਰਕੇ ਵੇਚਦਾ, ਇਹਦੀ ਮਾਇਆ ਦਾ ਮੈਂ ਪ੍ਰਸ਼ਾਦਾ ਛਕਦਾ ਹਾਂ। ਕੁਰਾਨ ਸ਼ਰੀਫ ਲਿਖਦਾ ਹਾਂ, ਉਹ ਵੇਚ ਕਰਕੇ ਉਹਦੀ ਮਾਇਆ ਦਾ ਮੈਂ ਪ੍ਰਸ਼ਾਦਾ ਛਕਦਾ। ਸਦਾ ਪਿਆਰਿਓ ਹੱਥ ਦੇ ਵਿੱਚ ਉਹਦੀ ਤਸਬੀਹ ਹੁੰਦੀ ਸੀ, ਮਾਲਾ ਹੁੰਦੀ ਸੀ। ਭਾਵੇਂ ਉਹ ਦਰਬਾਰ ਦੇ ਵਿੱਚ ਵੀ ਜਦੋਂ ਵੀ ਬਹਿੰਦਾ ਨਾ, ਹੱਥ ਵਿੱਚ ਮਾਲਾ ਘੁਮਾਈ ਜਾਂਦਾ, ਇੱਕ ਪਾਸੇ ਗੱਲ ਕਰੀ ਜਾਣੀ ਹੈ, ਇੱਕ ਪਾਸੇ ਆਰਡਰ ਕਰੀ ਜਾਣਾ, ਤੇ ਦੂਜੇ ਪਾਸੇ ਜਿਹੜਾ ਹੈ ਤੇ ਉਹ ਮਾਲਾ ਜਿਹੜੀ ਆ ਤਸਬੀਹ ਨੂੰ ਘੁਮਾਈ ਜਾਂਦਾ। ਦੇਖੋ ਇੰਨਾ ਉਹ ਲੋਕਾਂ ਨੂੰ ਠੱਗਣ ਦੇ ਵਾਸਤੇ, ਦਿਖਾਉਣ ਵਾਸਤੇ। ਲੇਕਿਨ ਜੇ ਉਹਦਾ ਆਪਾਂ ਜੀਵਨ ਪੜ੍ਹਦੇ ਹਾਂ, ਜੀਵਨ ਦੇ ਵਿੱਚ ਪਿਆਰਿਓ ਕਿੰਨੇ ਉਹਨੇ ਗਲਤ ਕੰਮ ਕਰਨੇ ਕੀਤੇ, ਲੇਕਿਨ ਲੋਕਾਂ ਨੂੰ ਇਹ ਦਿਖਾਉਣ ਵਾਸਤੇ ਕਿ ਨਹੀਂ ਜੀ ਮੈਂ ਗਲਤ ਨਹੀਂ ਹਾਂ, ਮੈਂ ਤਾਂ ਬਹੁਤ ਭਲਾ ਮਾਨਸ ਹਾਂ, ਇਹ ਦਿਖਾਉਣ ਦੇ ਵਾਸਤੇ ਉਹ ਮਾਲਾ ਨੂੰ ਫੇੜਨਾ, ਇਹ ਸਭ ਲੋਕ ਦਿਖਾਵਾ ਹੁੰਦਾ। ਮਹਾਰਾਜ ਨੇ ਕਿਹਾ ਨਾ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੇ ਕਛ ਕਰੈ ਛਪਾਇਆ। ਇਹ ਤਾਂ ਲੋਕ ਪਚਾਰਾ, ਲੋਕ ਨੂੰ ਪੁਚਕਾਰਨ ਦੀ ਗੱਲ ਹੁੰਦੀ ਹੈ ਕਿ ਲੋਕ, ਆਪਾਂ ਵੀ ਪਿਆਰਿਓ ਆਮ ਲੋਕ ਜਿਹੜੇ ਹਨ ਇਹਨਾਂ ਚੀਜ਼ਾਂ ਤੋਂ ਬੜੇ ਪ੍ਰਭਾਵਿਤ ਹੋ ਜਾਂਦੇ। ਕੋਈ ਲੈ ਕਰਕੇ ਜੇ ਭਾਈ ਤੂੰ ਰੱਬ ਰਾਬੀ ਕਰਦਾ ਤੇ ਲੋਕਾਂ ਨੂੰ ਮਾਲਾ ਕੀ ਦਿਖਾਉਂਦਾ ਹੈ। ਕਬੀਰ ਸਾਹਿਬ ਜੀ ਨੇ ਬਚਨ ਕੀਤਾ ਨਾ ਕਿ ਭਾਈ ਤੇ ਤੂੰ ਕਾਦੀ ਮਾਲਾ ਦਿਖਾਉਂਦਾ, ਹਿਰਦੈ ਭਾਵ ਰਾਮ ਨਾ ਭਾਵਈ, ਇਹ ਜਪਨੀ ਕਿਆ ਹੋਏ। ਕਬੀਰ ਕਾਠ ਕੀ ਜਪਨੀ ਕਿਆ ਦਿਖਲਾਵਹਿ ਲੋਏ, ਹਿਰਦੈ ਰਾਮ ਨਾ ਭਾਵਈ, ਇਹ ਜਪਨੀ ਕਿਆ ਹੋਏ। ਇਹ ਲੱਕੜ ਦੀ ਜਿਹੜੀ ਮਾਲਾ ਹੈ, ਤੁਲਸੀ ਮਾਲਾ ਆਦਿਕ, ਕਈ ਜਿਹੜੇ ਹਨ ਪਿਆਰਿਓ ਰੁਦਰਾਕਸ਼ ਦੀ ਮਾਲਾ ਜਿਹੜੀ ਹੈ ਉਹ ਘੁਮਾਉਂਦੇ, ਤੇ ਕਹਿੰਦੇ ਜੀ ਰੁਦਰਾਕਸ਼ ਦੀ ਮਾਲਾ ਘੁਮਾਓ, ਇਹਦੇ ਨਾਲ ਜ਼ਿਆਦਾ ਮਹੱਤਮ ਮਿਲਦੀ ਹੈ। ਨਹੀਂ ਪਿਆਰਿਓ, ਭਾਵੇਂ ਲੋਹੇ ਦੀ ਹੋਵੇ, ਭਾਵੇਂ ਊਨ ਦੀ ਹੋਵੇ, ਭਾਵੇਂ ਸਵਾਸਾਂ ਦੀ ਮਾਲਾ ਬਣਾ ਦਿਓ, ਗੱਲ ਜੋ ਹੈ ਸਿਮਰਨ ਜਦੋਂ ਆਪਾਂ ਚਿੱਤ ਬਿਰਤੀ ਨੂੰ ਜੋੜ ਕਰਕੇ ਕਰਦੇ ਹਾਂ ਤਾਂ ਗੱਲ ਬਣੇਗੀ। ਇਹ ਲੋਹੇ ਦੀ ਮਾਲਾ ਜਾਂ ਰੁਦਰਾਕਸ਼ ਦੀ ਮਾਇਆ ਫੇਰਨ ਦੇ ਨਾਲ ਕੋਈ ਘੱਟ ਵੱਧ ਮਹੱਤਮ ਨਹੀਂ ਮਿਲਦਾ। ਕਈ ਲੋਕ ਕੀ ਕਰਦੇ ਹਨ, ਕਾਠ ਕੀ ਜਪਨੀ ਕਿਆ ਦਿਖਲਾਵੈ ਲੋਏ, ਹਿਰਦੈ ਰਾਮ ਨਾ ਭਾਵਈ, ਇਹ ਜਪਨੀ ਕਿਆ ਹੋਏ। ਕਬੀਰ ਸਾਹਿਬ ਜੀ ਨੇ ਤਾਂ ਸਿੱਧਾ ਹੀ ਕਹਿ ਦਿੱਤਾ, ਤੇਰੇ ਹਿਰਦੇ ਵਿੱਚ ਤਾਂ ਪ੍ਰਮਾਤਮਾ ਦਾ ਨਾਮ ਨਹੀਂ ਪਾਉਂਦਾ ਭਾਈ, ਐਵੇਂ ਲੋਕਾਂ ਨੂੰ ਠੱਗਣ ਵਾਸਤੇ ਤੂੰ ਕਿਉਂ ਇਹ ਮਾਲਾ ਘੁਮਾਈ ਜਾਂਦਾ। ਇਸ ਤਰ੍ਹਾਂ ਹੀ ਇਹ ਜੋ ਕਾਜੀ ਲੋਕ ਹੁੰਦੇ ਸੀ ਨਾ, ਇਹ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਭਾਈ ਅਸੀਂ ਬੜੇ ਧਾਰਮਿਕ ਬੰਦੇ ਹਾਂ, ਖੁਦਾ ਖੁਦਾ ਕਰਨ ਵਾਲੇ ਹਾਂ, ਸਾਡੇ ਉੱਤੇ ਇਤਬਾਰ ਕਰਨਾ ਕਰੋ। ਵੱਡੀ ਲੈ ਕੇ ਹੱਕ ਗਵਾਏ। ਫਿਰ ਕੀ ਕਰਦੇ ਹਨ, ਵੱਡੀ, ਵੱਡੀ ਦਾ ਭਾਵ ਕਿ ਰਿਸ਼ਵਤ ਲੈਣਾ। ਅੱਜ ਵੀ ਪਿਆਰਿਓ ਕਹਿੰਦੇ ਨਾ, ਰਿਸ਼ਵਤ ਖੋਰੀ ਨੇ ਹਿੰਦੁਸਤਾਨ ਨੂੰ ਬਰਬਾਦ ਕਰਕੇ ਛੱਡ ਦਿੱਤਾ। ਅੱਜ ਜੋ ਹਿੰਦੁਸਤਾਨ ਬਰਬਾਦ ਹੋ ਰਿਹਾ ਨਾ, ਸਭ ਤੋਂ ਵੱਡਾ ਕਾਰਨ ਜੋ ਹੈ ਵੱਡੀ ਲੈ ਕੇ ਹੱਕ ਗਵਾਈ, ਕਿ ਵੱਡੀ ਲੈ ਕਰਕੇ ਇਹ ਜੋ ਹੈ ਜਿਹਨੂੰ ਆਪਾਂ ਰਿਸ਼ਵਤ ਬੋਲਦੇ ਹਾਂ, ਕਰਪਸ਼ਨ ਜਿਹਨੂੰ ਬੋਲਦੇ ਹਾਂ। ਅੱਜ ਕਈ ਵਾਰੀ ਜਦੋਂ ਉਹਨਾਂ ਦਾ ਪਾਜ ਉਗੜਦਾ, ਕੋਈ ਬੰਦਾ ਜਿਹੜਾ ਜੀ ਚਪਰਾਸੀ ਦਾ ਕੰਮ ਕਰਦਾ, 10,000 ਉਹਦੀ ਸਾਲ ਮਹੀਨਾ ਤਨਖਾਹ ਹੈ। ਅੰਦਾਜ਼ਾ ਲਾਓ, ਜਿਹੜਾ ਬੰਦਾ 10,000 ਕਮਾਉਣ ਵਾਲਾ ਉਹ 5-10 ਸਾਲ ਦੇ ਵਿੱਚ ਹੀ 30-40 ਕਰੋੜ ਦਾ ਮਾਲਕ ਕਿਸ ਤਰ੍ਹਾਂ ਬਣ ਗਿਆ। ਭਾਵ ਕਿ ਵੱਡੀ ਲੈ ਕਰਕੇ, ਇਹ ਮਤਲਬ ਰਿਸ਼ਵਤ ਲੈ ਕਰਕੇ। ਇਸ ਤਰ੍ਹਾਂ ਹੀ ਇਹ ਕਾਜੀ ਲੋਕ ਕੀ ਕਰਦੇ ਸਨ, ਤੇ ਫਿਰ ਇਹ ਤਸਬੀਹ ਕਰੇ ਖੁਦਾਏ, ਬਾਰੀ ਖਾਤੇ ਤਾਂ ਤਸਬੀਹ ਫੇਰਨਾ, ਖੁਦਾ ਖੁਦਾ ਕਹਿਣਾ। ਕੋਈ ਆ ਕਰਕੇ ਪੁੱਛੇ ਤੇ ਕਹਿੰਦੇ ਜੀ ਮੈਂ ਰਿਸ਼ਵਤ ਨਹੀਂ ਖਾਂਦਾ, ਮੈਂ ਤਾਂ ਜੀ ਖੁਦਾ ਦਾ ਨਾਮ ਜਪਣ ਵਾਲਾ ਹਾਂ।
ਲੇਕਿਨ ਜਦੋਂ ਕਿਹਦਾ ਮੁਕੱਦਮਾ ਪੈ ਜਾਵੇ ਫਿਰ ਆਕਰ ਕੇ ਜਦੋਂ ਕਹਿੰਦਾ ਨਾ ਕਾਜੀ ਸਾਹਿਬ ਆ ਇੰਨੀ ਮਾਇਆ ਲਓ ਤੇ ਹੱਕ ਇਹ ਫੈਸਲਾ ਮੇਰੇ ਵੱਲ ਕਰ ਦੋ, ਫਿਰ ਕਹਿੰਦਾ ਨਹੀਂ ਭਾਈ ਇਹ ਮਾਇਆ ਘੱਟ ਹੈ, ਇਹ ਤੋਂ ਜ਼ਿਆਦੀ ਮਾਇਆ ਦਵੇਗਾ ਤਾਂ ਤੇਰੇ ਵੱਲ ਮੈਂ ਫੈਸਲਾ ਕਰਨਾ। ਫਿਰ ਜਦੋਂ ਮਨ ਭਾਵਕ ਮਾਇਆ ਮਿਲ ਜਾਵੇ ਤਾਂ ਫਿਰ ਕੀ ਕਰਦਾ, ਕੋਈ ਗੱਲ ਨਹੀਂ ਹੈ, ਵੱਡੀ ਲੈ ਕੇ ਹੱਕ ਗਵਾਏ, ਵੱਡੀ ਲੈ ਕਰਕੇ ਬਾਰੀ ਤਾਂ ਸਹੁੰਆਂ ਚੁੱਕਣੀਆਂ, ਕਹਿਣਾ ਜੀ ਮੈਂ ਧਰਮ ਦਾ ਨਿਆਂ ਕਰਾਂਗਾ, ਲੇਕਿਨ ਮਾਇਆ ਲੈ ਕਰਕੇ ਸੱਚ ਨੂੰ ਝੂਠ ਬਣਾ ਦੇਣਾ ਤੇ ਝੂਠ ਨੂੰ ਸੱਚ ਬਣਾ ਦੇਣਾ, ਇਹ ਕਲਯੁਗ ਦੇ ਵਿੱਚ ਵਰਤਣ ਵਾਲਾ ਹੈ। ਤੇ ਅੱਜ ਵੀ ਪਿਆਰਿਓ ਆਪਾਂ ਕਈ ਵਾਰੀ ਵੇਖਦੇ ਹਾਂ ਕਿ ਜੀ ਇਹ ਤਾਂ ਸਰੇਆਮ ਕੋਈ ਬੰਦਾ ਗਲਤ ਕੰਮ ਕਰਦਾ ਫਿਰ ਵੀ ਉਹ ਅਪਰਾਧੀ ਛੁੱਟ ਜਾਂਦੇ ਹਨ। ਕਈ ਵਾਰੀ ਜੋ ਵੱਡੇ ਜੋ ਬੇਗੁਨਾਹ ਹੁੰਦੇ, ਕੋਈ ਗੁਨਾਹ ਨਹੀਂ ਹੁੰਦਾ, ਉਹਨਾਂ ਨੂੰ ਜੇਲਾਂ ਹੋ ਜਾਂਦੀਆਂ, ਉਹਨਾਂ ਨੇ ਉਹਨੂੰ ਪਾ ਦਿੱਤਾ। ਇਹ ਸਭ ਕੁਝ ਜਿਹੜਾ ਮਾਇਆ ਕਰਕੇ ਕਲਯੁਗ ਦੇ ਵਿੱਚ ਵਰਤਣ ਵਾਲਾ। ਜੇ ਕੋ ਪੁੱਛੈ ਤਾਂ ਪੜ ਸੁਨਾਏ, ਜੇ ਕੋਈ ਜਾ ਕਰਕੇ ਫਿਰ ਜਦੋਂ ਪੁੱਛਦਾ, ਆਬਜੈਕਸ਼ਨ ਲੈਂਦਾ ਕਿ ਕਾਜੀ ਸਾਹਿਬ ਨਿਆਂ ਗਲਤ ਹੋ ਗਿਆ, ਤੁਸੀਂ ਇਸ ਤਰ੍ਹਾਂ ਗਲਤ ਫੈਸਲਾ ਕਿਉਂ ਕੀਤਾ, ਤਾਂ ਪਿਆਰਿਓ ਇਹਨਾਂ ਦੇ ਕੋਲ ਕਾਨੂੰਨ ਦੇ ਬਹੁਤ ਸਾਰੇ ਆਪਸ਼ਨ ਹੁੰਦੇ ਹਨ। ਅੱਜ ਵੀ ਜਿਹੜੇ ਕਾਨੂੰਨ ਬਣਾਉਣ ਵਾਲੇ, ਤੋੜਨ ਵਾਲੇ, ਆਪ ਕਈ ਵਾਰੀ ਵਕੀਲ ਦੇ ਕੋਲ ਜਾਓ ਨਾ, ਵਕੀਲ ਆਪ ਕਹਿ ਦਿੰਦਾ ਕਿ ਪਿਆਰਿਓ ਇੱਕ ਕਾਨੂੰਨ ਜਿਹੜਾ ਹੈ ਜਦੋਂ ਬਣਦਾ ਨਾ ਉਹਨੂੰ ਤੋੜਨ ਦੇ ਵਾਸਤੇ 10 ਕਾਨੂੰਨ ਪਹਿਲਾਂ ਹੀ ਉਹ ਕਾਨੂੰਨ ਦੇ ਵਿਅਕਤੀ ਜੋ ਹਨ 10 ਧਾਰਾਵਾਂ ਤੋੜਨ ਵਾਸਤੇ ਪਹਿਲਾਂ ਹੀ ਉਹ ਬਣਾ ਦਿੰਦੇ। ਵਕੀਲ ਦੇ ਕੋਲ ਤੁਸੀਂ ਜਾਓ, ਉਹਨੂੰ ਪੁੱਛੋ ਜੀ ਇਹ ਕੰਮ ਕਰਨਾ, ਉਹ ਤੁਹਾਨੂੰ 10 ਰਾਸਤੇ ਦਿਖਾ ਦੇਵੇਗਾ, ਇੰਜ ਕਰੋ ਤਾਂ ਹੋ ਜਾਵੇਗਾ, ਉਂਝ ਕਰੋ। ਭਾਵ ਕਿ ਉਹ ਸਿਆਣੇ ਕਹਿੰਦੇ ਨਾ ਕਿ ਇੱਕ ਕਾਨੂੰਨ ਬਣਨ ਤੋਂ ਪਹਿਲਾਂ ਉਹਨੂੰ ਤੋੜਨ ਦੇ ਵਾਸਤੇ ਕਾਨੂੰਨ ਪਹਿਲੇ ਬਣ ਜਾਂਦੇ ਹਨ। ਫਿਰ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਵਰਤ ਕਰਕੇ ਕਿ ਨਹੀਂ ਜੀ ਇਹਨੇ ਇੰਜ ਕੀਤਾ, ਉਹ ਹੋ ਗਿਆ, ਇਸ ਤਰ੍ਹਾਂ ਫਿਰ ਦਲੀਲਾਂ ਵਰਤ ਕਰਕੇ ਆਪਣਾ ਇਹਨਾਂ ਨੇ ਪੱਖ ਵੀ ਪੂਰਾ ਕਰ ਲੈਣਾ, ਆਪਣੇ ਆਪ ਨੂੰ ਬਚਾ ਵੀ ਲੈਣਾ। ਇੱਕ ਪਿਆਰਿਓ ਬਹੁਤ ਮਜ਼ੇਦਾਰ ਕਥਾ ਆਉਂਦੀ ਹੈ ਇਸ ਪ੍ਰਥਾਏ ਤੇ ਕਾਜੀ ਦਾ ਬੈਲ, ਜਿਹੜਾ ਇੱਕ ਕਾਜੀ ਦਾ ਬੈਲ ਸੀ ਤੇ ਇੱਕ ਤੇਲੀ ਦਾ ਬੈਲ ਸੀ। ਕਾਜੀ ਦਾ ਬੈਲ ਤਾਂ ਜ਼ਿਆਦਾ ਤਗੜਾ ਨਹੀਂ ਸੀ ਤੇ ਤੇਲੀ ਦਾ ਜਿਹੜਾ ਬੈਲ ਜੋ ਹੈ ਨਾ, ਤੇਲ ਖਾ ਕਰਕੇ, ਤੇਲ ਪੀ ਕਰਕੇ ਜਾਂ ਖਲ ਖਾ ਕਰਕੇ ਬੜਾ ਤਗੜਾ ਰਿਸ਼ਟ ਪੁਸ਼ਟ ਹੋ ਗਿਆ। ਵਿਚਾਰੇ ਦੋਵੇਂ ਬੈਲਾਂ ਨੂੰ ਕੀ ਪਤਾ ਹੁੰਦਾ ਕਿ ਭਾਈ ਇਹ ਕਾਜੀ ਦਾ ਬੈਲ ਹੈ। ਚਲੋ ਬੰਦਿਆਂ ਦੀ ਗੱਲ ਹੋਵੇ ਤੇ ਬੰਦਿਆਂ ਨੂੰ ਤਾਂ ਪਤਾ ਚੱਲ ਜਾਂਦਾ, ਹਾਂ ਭਾਈ ਇਹ ਫਲਾਣਾ ਮਿਨਿਸਟਰ ਦਾ ਲੜਕਾ ਹੈ, ਇਹ ਫਲਾਣੇ ਅਫਸਰ ਦਾ ਲੜਕਾ, ਇਹਦੇ ਨਾਲ ਝਗੜਾ ਨਹੀਂ ਕਰਨਾ ਚਾਹੀਦਾ, ਜੇ ਝਗੜਾ ਹੋ ਗਿਆ ਨਾ ਇਹਨੇ ਸਾਨੂੰ ਖਤਮ ਕਰ ਦੇਣਾ। ਲੇਕਿਨ ਬੈਲ ਹੈ ਵਿਚਾਰਾ, ਆਖਰ ਬੈਲਾਂ ਨੂੰ ਕੀ ਪਤਾ, ਆਪਸ ਦੇ ਵਿੱਚ ਲੜਾਈ ਹੋ ਗਈ। ਜਦੋਂ ਲੜਾਈ ਹੋ ਗਈ ਤੇ ਤੇਲੀ ਦਾ ਬੈਲ ਬੜਾ ਤਗੜਾ ਸੀ, ਉਹਨੇ ਫਿਰ ਇੱਕੋ ਬੱਖੀ ਵਿੱਚ ਮਾਰ ਕਰਕੇ ਕਾਜੀ ਦੇ ਬੈਲ ਨੂੰ ਮਾਰ ਦਿੱਤਾ। ਤੇ ਜਾ ਕਰਕੇ ਜਦੋਂ ਕਿਹਨੇ ਤੇਲੀ ਨੂੰ ਦੱਸ ਦਿੱਤਾ ਕਿ ਤੇਲੀਆ ਤੂੰ ਇੱਥੇ ਬੈਠਿਆ ਹੋਇਆ ਹੈ, ਜਾਂ ਤੇਰਾ ਬੈਲ ਨੇ, ਬਲਦ ਨੇ ਕਾਜੀ ਦੇ ਬਲਦ ਨੂੰ ਮਾਰ ਦਿੱਤਾ। ਤੇਲੀ ਬੜਾ ਪਰੇਸ਼ਾਨ ਹੋਇਆ, ਜਾ ਕਰਕੇ ਬੜਾ ਉਹ ਰੋਂਦਾ ਸੀ ਕਿ ਭਾਈ ਇਹਦੀ ਗਾਜ ਤਾਂ ਮੇਰੇ ਉੱਤੇ ਗਿਰ ਸਕਦੀ ਹੈ। ਫਿਰ ਵੀ ਤੇਲੀ ਨੇ ਕੀ ਕਰਨਾ ਕੀਤਾ, ਹੌਸਲਾ ਬੰਨ ਕਰਕੇ ਇਹ ਮਾਮਲੇ ਦਾ ਨਿਪਟਾਰਾ ਕਰਨ ਵਾਸਤੇ ਕਾਜੀ ਕੋਲ ਚੱਲ ਗਿਆ। ਤੇ ਕਾਜੀ ਕੋਲ ਜਾ ਕਰਕੇ ਕਹਿੰਦਾ, ਕਾਜੀ ਸਾਹਿਬ ਇੱਕ ਗੱਲ ਪੁੱਛਣੀ ਹੈ, ਤੇ ਤੁਹਾਡੇ ਕਾਨੂੰਨ ਦੇ ਵਿੱਚ 2 ਬਲਦ ਆਪਸ ਦੇ ਵਿੱਚ ਲੜ ਗਏ ਤੇ ਲੜਦੇ ਲੜਦੇ ਇੱਕ ਬਲਦ ਮਰ ਗਿਆ, ਤਾਂ ਫਿਰ ਉਹਦੀ ਸਜ਼ਾ ਉਹਦੇ ਮਾਲਕ ਨੂੰ ਮਿਲਦੀ ਕਿ ਨਹੀਂ ਮਿਲਦੀ? ਕਾਜੀ ਨੇ ਕਹਿ ਦਿੱਤਾ, ਸਿੱਧਾ ਕਹਿਣਾ, ਨਹੀਂ ਭਾਈ ਉਹ ਤਾਂ ਬਲਦਾਂ ਦੀ ਲੜਾਈ ਹੈ, ਜਾਨਵਰਾਂ ਦੀ ਲੜਾਈ ਹੈ, ਭਾਵੇਂ ਜੋ ਮਰਜ਼ੀ ਹੋਵੇ, ਜਾਨਵਰ ਜਦੋਂ ਵੀ ਲੜਦੇ ਹਨ ਉਹਨਾਂ ਦੀ ਸਜ਼ਾ ਉਹਨਾਂ ਦੇ ਮਾਲਕਾਂ ਨੂੰ ਨਹੀਂ ਮਿਲਦੀ ਹੈ। ਇਹ ਤਾਂ ਜਾਨਵਰ ਹਨ ਵਿਚਾਰੇ, ਬੇਜ਼ੁਬਾਨ ਜਾਨਵਰ ਹਨ, ਜਾਨਵਰਾਂ ਨੂੰ ਕੀ ਪਤਾ ਹੁੰਦਾ ਕਿਹਦੇ ਨਾਲ ਲੜਾਈ ਕਰਨੀ ਜਾਂ ਕਿਹਦੇ ਨਾਲ ਲੜਾਈ ਨਹੀਂ ਕਰਨੀ ਹੈ। ਇਹ ਸੁਣ ਕਰਕੇ ਤੇਲੀ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਫਿਰ ਤੇਲੀ ਨੇ ਅਸਲੀ ਗੱਲ ਦੱਸੀ। ਕਹਿੰਦਾ, ਕਾਜੀ ਸਾਹਿਬ ਮੈਂ ਪੂਰੀ ਗੱਲ ਆਪ ਜੀ ਨੂੰ ਨਹੀਂ ਦੱਸੀ ਹੈ, ਹੁਣ ਦੱਸਦਾ ਹਾਂ। ਅੱਜ ਦੇਖੋ ਬਾਰ-ਬਾਰ ਤੁਹਾਡਾ ਬਲਦ ਤੇ ਮੇਰਾ ਬਲਦ ਜਿਹੜਾ ਇਹ ਆਪਸ ਦੇ ਵਿੱਚ ਲੜ ਪਏ, ਲੜਾਈ ਦੇ ਵਿੱਚ ਮੇਰੇ ਬਲਦ ਨੇ ਤੁਹਾਡੇ ਬਲਦ ਨੂੰ ਮਾਰ ਦਿੱਤਾ। ਹੁਣ ਆਪ ਜੀ ਨੇ ਕਹਿ ਦਿੱਤਾ ਨਾ, ਜਦੋਂ ਬਲਦ ਆਪਸ ਵਿੱਚ ਲੜ ਕੇ ਮਰ ਜਾਣ
ਇਹਦੇ ਵਿੱਚ ਮਾਲਕਾਂ ਦਾ ਕੋਈ ਦੋਸ਼ ਨਹੀਂ ਹੈ। ਹੱਥ ਜੋੜ ਕੇ ਕਹਿੰਦਾ ਜੀ ਚੱਲਦਾ ਜੀ ਰਾਮ ਰਾਮ। ਕਾਜੀ ਕਹਿਣ ਲੱਗਾ ਰੁਕ ਜਾ, ਮੈਂ ਤੈਨੂੰ ਉਂਝੀ ਦੱਸਿਆ, ਹੁਣੇ ਜਾ ਕਰਕੇ ਲਾਲ ਕਿਤਾਬ ਜਿਹੜੀ ਨਾ ਮੇਰੀ ਉਹ ਪੜ੍ਹ ਕੇ ਆਉਂਦਾ, ਉਹ ਵੇਖ ਕੇ ਆਉਂਦਾ ਉਹਦੇ ਵਿੱਚ ਕੀ ਕਾਨੂੰਨ ਲਿਖਿਆ ਹੋਇਆ। ਤੇ ਅੰਦਰ ਜਾ ਕਰਕੇ ਕਿਤਾਬ 2 ਮਿੰਟ ਪੜ੍ਹ ਕੇ ਆਇਆ ਤੇ ਕਹਿੰਦਾ ਕਿ ਤੇਲ ਪਿਲਾਏ ਕੀਆ ਮੁਸਤੰਡ, ਬਲਦ ਕਾ ਬਲਦ ਔਰ 20 ਰੁਪਈਆ ਦੰਡ। ਕਹਿੰਦਾ ਹੁਣ ਮੈਂ ਕਿਤਾਬ ਦੇ ਵਿੱਚ ਪੜਿਆ ਕਿ ਤੂਨੇ ਆਪਣੇ ਤੇਲ ਨੂੰ, ਆਪਣੇ ਬੈਲ ਨੂੰ ਤੇਲ ਪਿਲਾ ਪਿਲਾ ਕਰਕੇ ਉਹਨੂੰ ਤਗੜਾ ਮੁਸਤੰਡ ਬਣਾ ਦਿੱਤਾ, ਇਸ ਕਰਕੇ ਮੇਰਾ ਬੈਲ ਜਿਹੜਾ ਮਾਰਿਆ ਗਿਆ। ਤੈਨੂੰ ਇਹ ਸਜ਼ਾ ਹੈ ਕਿ ਬਲਦ ਵੀ ਮੈਨੂੰ ਦੇਣਾ ਚਾਹੀਦਾ ਤੇ ਨਾਲ 20 ਰੁਪਈਆ ਦੰਡ ਵੀ ਦੇਣਾ ਚਾਹੀਦਾ। ਇਹ ਦੇ, ਨਹੀਂ ਤਾਂ ਤੈਨੂੰ ਜੇਲ੍ਹ ਖਾਨੇ ਦੇ ਵਿੱਚ ਪਾ ਦੇਵਾਂਗਾ। ਇਸ ਤਰ੍ਹਾਂ ਫਿਰ ਸਤਿਗੁਰੂ ਮਹਾਰਾਜ ਜੀ ਨੇ ਜੋ ਬਚਨ ਕੀਤਾ ਨਾ, ਜੇ ਕੋ ਪੁੱਛੈ ਤਾਂ ਪੜ੍ਹ ਸੁਣਾਏ। ਜੇ ਕੋਈ ਜਾ ਕਰਕੇ ਪੁੱਛਦਾ ਨਾ ਕਿ ਕਾਜੀ ਸਾਹਿਬ ਇਹ ਕੀ ਹੋ ਗਿਆ, ਨਿਆ ਤੁਸਾਂ ਨੇ ਗਲਤ ਕੀਤਾ, ਉਸੇ ਵੇਲੇ ਕੋਈ ਤਰੀਕਾ ਲੱਭ ਕਰਕੇ, ਜਿਸ ਤਰ੍ਹਾਂ ਕਿ ਕਥਾ ਦੇ ਵਿੱਚ ਵੀ ਕਾਜੀ ਨੇ ਤਾਂ ਪਹਿਲਾਂ ਕਹਿ ਦਿੱਤਾ ਭਈ ਜਾਨਵਰ ਆਪਸ ਵਿੱਚ ਲੜ ਕੇ ਮਰ ਗਏ, ਕਿਹਦੇ ਉੱਤੇ ਮੁਕੱਦਮਾ ਨਹੀਂ ਬਣਦਾ। ਲੇਕਿਨ ਜਦੋਂ ਆਪਣਾ ਬਲਦ ਮਰ ਗਿਆ ਫਿਰ ਪੜ ਕੇ ਕੀ ਸੁਣਾ ਦਿੱਤਾ, ਤੇਲ ਪਿਲਾਏ ਕੀਆ ਮੁਸਤੰਡ, ਬਲਦ ਕਾ ਬਲਦ ਔਰ 20 ਰੁਪਈਆ ਦੰਡ। ਉਹ ਤੋਂ ਬਲਦ ਵੀ ਲੈ ਲਿਆ ਤੇ 20 ਰੁਪਈਆ ਦੰਡ ਵੀ ਉਹ ਤੋਂ ਲੈ ਲਿਆ। ਇਸ ਤਰ੍ਹਾਂ ਦੇ ਇਹ ਇਹਨਾਂ ਦੇ ਕਾਜੀਆਂ ਦੇ ਕਰਮ ਹੋਣਗੇ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਰਨਾ ਕੀਤਾ ਨਾ ਕਿ ਕਾਜੀ ਹੋਏ ਰਿਸ਼ਵਤੀ, ਵੱਢੀ ਲੈ ਕੇ ਹੱਕ ਗਵਾਈ। ਇਹ ਪੰਕਤੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਸਪਸ਼ਟ ਕਰ ਦਿੱਤਾ ਕਿ ਕਾਜੀ ਜੋ ਹਨ ਇਹ ਰਿਸ਼ਵਤਖੋਰੀ ਦੇ ਵਿੱਚ ਲਿਪਤ ਹੋ ਜਾਣਗੇ। ਵੱਡੀ ਲੈ ਕਰਕੇ ਇਹਨਾਂ ਨੇ ਆਪਣਾ ਹੱਕ ਜਿਹੜਾ ਗਵਾ ਦੇਣਾ ਹੈ। ਤੁਰਕ ਮੰਤਰ ਕਨ ਹਿਰਦੈ ਸਮਾਹਿ, ਇਹਨਾਂ ਦੇ ਹਿਰਦੇ ਵਿੱਚ ਤੁਰਕਾਂ ਦਾ ਮੰਤਰ ਜਿਹੜਾ ਹੈ ਇਹ ਸਮਾਇਆ ਹੋਇਆ ਹੈ। ਹੁਣ ਸਤਿਗੁਰੂ ਮਹਾਰਾਜ ਬ੍ਰਾਹਮਣਾਂ ਦੀ ਗੱਲ ਕਰ ਰਹੇ ਹਨ, ਜਿਹੜੇ ਆਪਣੇ ਆਪ ਨੂੰ ਕਹਿੰਦੇ ਜੀ ਅਸੀਂ ਬ੍ਰਾਹਮਣ ਹਾਂ, ਤੇ ਫਿਰ ਉਹਨਾਂ ਨੇ ਸਿਰਫ ਉਤੋਂ ਬ੍ਰਾਹਮਣ ਹੋਣਾ, ਲੇਕਿਨ ਅੰਦਰ ਜਿਹੜਾ ਹੈ ਉਹਨਾਂ ਨੇ ਤੁਰਕਾਂ ਦਾ ਮੰਤਰ ਜਿਹੜਾ ਹੈ ਉਹਦਾ ਧਾਰਨੀ ਬਣਨਾ। ਤੇ ਅੰਦਰ ਛੁਪ ਕਰਕੇ ਤਾਂ ਆਪਣਾ ਧਰਮ ਦਾ ਪਾਠ ਕਰਨਗੇ। ਤੇ ਮਹਾਰਾਜ ਜੀ ਨੇ ਬਚਨ ਕੀਤਾ ਨਾ ਕਿ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਤੇ ਘਰ ਘਰ ਦੇ ਵਿੱਚ ਆਓ ਮੀਆਂ ਜੀ, ਆਓ ਮੀਆਂ ਜੀ, ਤੁਰਕਾਂ ਦੇ ਮੰਤਰਾਂ ਨੂੰ ਪੜ੍ਹਨਾ ਹੈ। ਉਹਨਾਂ ਦੀ ਚਾਪਲੂਸੀ ਕਰਨੀ, ਜੋ ਪੰਡਤ ਹਨ ਉਹਨਾਂ ਨੇ ਇਹ ਕੰਮ ਕਰਨਾ ਹਿੰਦੂਆਂ ਦੇ। ਲੋਕ ਮੁਹਾਵਹਿ ਚਾੜੀ ਖਾਹੇ, ਤੇ ਇਹਨਾਂ ਨੇ ਕੀ ਕਰਨਾ, ਲੋਕ ਮੁਹਾਵਹਿ ਚਾੜੀ ਖਾਏ। ਲੋਕਾਂ ਨੂੰ ਇਹ ਕਰਨ ਵਾਸਤੇ ਭਾਵ ਕੇ ਰਾਜ ਦਰਬਾਰ ਦੇ ਵਿੱਚ ਆਪਣੀ ਪੈਂਠ ਬਣਾ ਕਰਕੇ ਚਾੜੀ ਖਾਏ, ਉਹਨਾਂ ਦੀ ਚੁਗਲੀ ਮਾਰਨੀ ਹੈ। ਜਿਸ ਤਰ੍ਹਾਂ ਕਿ ਜਿੰਨੇ ਵੀ ਪਿਆਰਿਓ ਇਹ ਮੁਸਲਮਾਨ ਜੋ ਕੱਟਰ ਬਾਦਸ਼ਾਹ ਰਾਜੇ ਹੋਏ ਹਨ, ਉਹਨਾਂ ਨੇ ਪਿਆਰਿਓ ਜੋ ਅਤਿਆਚਾਰ ਕਰਨਾ ਕੀਤਾ, ਆਪਾਂ ਤਾਂ ਆਈ ਵੇਖਦੇ ਹਾਂ, ਉਹ ਦੋਸ਼ੀ ਹਨ ਬੇਸ਼ੱਕ ਪਿਆਰਿਓ, ਲੇਕਿਨ ਉਹਨਾਂ ਦੇ ਕੰਨ ਭਰਨ ਵਾਲੇ ਇਹ ਹਿੰਦੂ ਹੀ ਬੰਦੇ ਸਨ। ਇੱਕ ਪਾਸੇ ਤਾਂ ਕਹਿੰਦੇ ਸੀ ਕਿ ਨਹੀਂ ਜੀ ਮੁਸਲਮਾਨਾਂ ਦਾ ਤਾਂ ਸਾਡਾ ਸਿਰ ਵਡਵਾ ਵੈਰ ਹੈ, ਇਹ ਸਾਡੇ ਅੱਤ ਦੇ ਵੈਰੀ ਹਨ। ਲੇਕਿਨ ਕੁਝ ਧਾਰਮਿਕ ਇਹਨਾਂ ਦੇ ਬੰਦੇ ਸਿਰਫ ਆਪਣੀ ਰਾਜ ਸੱਤਾ ਪ੍ਰਾਪਤ ਕਰਨ ਵਾਸਤੇ, ਸਿਰਫ ਆਪਣੀ ਬੱਲੇ ਬੱਲੇ ਕਰਨ ਵਾਸਤੇ ਸਰਕਾਰਾਂ ਦੇ ਨਾਲ ਉਹ ਜਾ ਕਰਕੇ ਮਿਲ ਗਏ ਤੇ ਉਹਨਾਂ ਨੇ ਪਿਆਰਿਓ ਸਭ ਤੋਂ ਵੱਡਾ ਜਿਹੜਾ ਹੈ ਦੁਫਾੜ ਕਰਨਾ ਕੀਤਾ। ਜਿਸ ਤਰ੍ਹਾਂ ਕਿ ਆਪਾਂ ਇਤਿਹਾਸ ਜਦੋਂ ਪੜ੍ਹਦੇ ਹਾਂ ਛੋਟੇ ਸਾਹਿਬਜ਼ਾਦਿਆਂ ਦਾ, ਜਦੋਂ ਕਚਹਿਰੀ ਲੱਗੀ ਸੀ ਨਾ, ਕੁਝ ਇਤਿਹਾਸਕਾਰਾਂ ਦਾ ਇਹ ਮੰਨਣਾ ਹੈ ਤੇ ਸਾਰਿਆਂ ਨੇ ਜਦੋਂ ਕਹਿ ਦਿੱਤਾ, ਵਜੀਦ ਖਾਂ ਵੀ ਪਿਆਰਿਓ ਡਰ ਗਿਆ ਸੀ, ਚੁੱਪ ਹੋ ਗਿਆ। ਤੇ ਉਹਦੇ ਕੰਨ ਕਿਹਨੇ ਭਰਨੇ ਕੀਤੇ, ਆਪ ਨੂੰ ਪਤਾ ਹੋਵੇਗਾ, ਉਹਦਾ ਨਾਮ ਸੀ ਸੁੱਚਾਨੰਦ ਬ੍ਰਾਹਮਣ। ਨਾਮ ਦਾ ਇਹ ਬ੍ਰਾਹਮਣ ਸੀ, ਨਾਮ ਇਹਨੇ ਸੁੱਚਾਨੰਦ ਰੱਖਣਾ ਕੀਤਾ। ਖਾਲਸੇ ਨੇ ਇਹਦਾ ਨਾਮ ਹੀ ਝੂਠਾ ਆਨੰਦ ਰੱਖ ਦਿੱਤਾ। ਇਹ ਨਹੀਂ ਪਿਆਰਿਓ ਕੰਨ ਭਰਨੇ ਕੀਤੇ, ਬਾਰ-ਬਾਰ ਜਾ ਕਰਕੇ ਕੰਨ ਭਰਦਾ ਕਿ ਇਹ ਤਾਂ ਜੀ ਬਾਗੀ ਦੇ ਪੁੱਤਰ ਹਨ, ਇਹ ਸਭ ਦੇ ਪੁੱਤ ਸਪੋਲੇ ਹਨ। ਅੱਜ ਮਹਾਰਾਜ ਤੂੰ ਨੇ ਇਹਨੂੰ ਛੱਡ ਦਿੱਤਾ, ਕੱਲ ਇਹ ਫਨੀਅਰ ਨਾਗ ਬਣ ਕਰਕੇ ਤੇਰੀ ਛਾਤੀ ਦੇ ਉੱਤੇ ਚੜ ਕਰਕੇ ਤੈਨੂੰ ਦੱਸਣਗੇ, ਤੈਨੂੰ ਇਹਨਾਂ ਨੇ ਮਾਰ ਦੇਣਾ। ਚੰਗਾ ਹੋਵੇ ਕਿ ਸਪੋਲਾ ਜਿਹੜਾ ਛੋਟਾ ਹੁੰਦਾ ਉਸੇ ਵੇਲੇ ਉਹਦਾ ਸਿਰ ਕੁਚਲ ਦੇਣਾ ਚਾਹੀਦਾ। ਇਸ ਤਰ੍ਹਾਂ ਪਿਆਰਿਓ ਇਹ ਜੋ ਬਾਹਮਣ ਸਨ ਤੇ ਇਹਨਾਂ ਨੇ ਕੀ ਕਰਨਾ ਕੀਤਾ, ਉਹਨਾਂ ਦੇ ਨਾਲ ਮਿਲ ਕਰਕੇ
ਇਹਨਾਂ ਨੇ ਚੁਗਲੀਆਂ ਮਾਰ ਕਰਕੇ ਆਪਣੇ ਧਰਮ ਦਾ ਬੇੜਾ ਆਪ ਇਹਨਾਂ ਨੇ ਡੋਬ ਲਿਆ। ਸਰਕਾਰਾਂ ਵੀ ਪਿਆਰਿਓ ਕੀ ਕਰਦੀਆਂ, ਕੋਈ ਵੀ ਕੰਮ ਕਰਾਉਣਾ ਹੋਵੇ ਸਭ ਤੋਂ ਪਹਿਲੇ ਸਿੱਧਾ ਉਹ ਨਹੀਂ ਕਰਦੇ। ਅੱਜ ਹੀ ਦਾਸ ਕੋਈ ਕਿਤਾਬ ਪੜ੍ਹ ਰਿਹਾ ਸੀ, ਉਹਦੇ ਵਿੱਚ ਸਿੱਧਾ ਜ਼ਿਕਰ ਆਇਆ ਅੰਗਰੇਜ਼ਾਂ ਨੇ ਵੀ ਕੀ ਕਰਨਾ ਕੀਤਾ ਸੀ। ਅੰਗਰੇਜ਼ਾਂ ਦਾ ਜਦੋਂ ਰਾਜ ਸੀ ਨਾ ਹਿੰਦੁਸਤਾਨ ਦੇ ਵਿੱਚ, ਉਹਨਾਂ ਨੇ ਪੂਰੇ ਕਬਜ਼ੇ, ਗੁਰਦੁਆਰਿਆਂ ਦਾ ਕਬਜ਼ਾ ਆਪਣੇ ਅੰਡਰ ਲੈ ਲਿਆ। ਅੰਗਰੇਜ਼ ਚਲਾਉਂਦੇ ਸਨ ਤੇ ਜਦੋਂ ਫਿਰ ਖਾਲਸੇ ਨੇ ਬਹੁਤ ਜ਼ਿਆਦਾ ਇਹਦਾ ਵਿਰੋਧ ਕੀਤਾ ਨਾ, ਤੇ ਉਹਨਾਂ ਨੇ ਫਿਰ ਕੋਈ ਸਰਬਰਾਹ ਜਿਹੜਾ ਹੈ ਆਪਣਾ, ਜਾਂ ਕੋਈ ਕਲੈਕਟਰ ਆਦਿਕ ਜਾਂ ਕੋਈ ਸਰਕਾਰੀ ਬੰਦਾ ਉਹਦੇ ਵਿੱਚ ਨਿਯੁਕਤ ਕਰ ਦਿੱਤਾ। ਇਹਦੇ ਨਾਲ ਕੁਝ ਜੋ ਸਿੰਘ ਸਨ ਉਹਨਾਂ ਦਾ ਕ੍ਰੋਧ ਸ਼ਾਂਤ ਹੋ ਗਿਆ। ਉਹ ਬੰਦੇ ਪਿਆਰਿਓ ਸਿਰਫ ਉਹਨਾਂ ਨੇ ਰੂਪ ਸਿੱਖਾਂ ਦਾ ਧਾਰਨ ਕੀਤਾ ਸੀ, ਲੇਕਿਨ ਪੂਰਾ ਕੰਮ ਅੰਦਰ ਖਾਤੇ ਉਹ ਸਰਕਾਰ ਦਾ ਕੰਮ ਕਰਦੇ। ਆਪ ਜੀ ਨੂੰ ਪਤਾ ਹੋਵੇਗਾ ਜਾਂ ਨਹੀਂ ਹੋਵੇਗਾ, ਲੇਕਿਨ ਇਹ ਇਤਿਹਾਸ ਸਾਨੂੰ ਪਤਾ ਰਹਿਣਾ ਚਾਹੀਦਾ। ਅੱਜ ਜੋ ਅਡਵਾਇਰ ਜਿਹਨੂੰ ਆਪਾਂ ਬੋਲਦੇ ਨਾ, ਡਾਈਅਰ ਜਿਹਨੂੰ ਭਾਈ ਊਧਮ ਸਿੰਘ ਜੀ ਨੇ ਜਾ ਕਰਕੇ ਉਹਦਾ ਉੱਥੇ ਕਤਲ ਕਰਨਾ ਕੀਤਾ, ਉੱਥੇ ਉਹਦੀ ਗੱਡੀ ਚਾੜੀ ਸੀ ਇੰਗਲੈਂਡ ਦੇ ਵਿੱਚ, ਜਲਿਆਂ ਵਾਲੇ ਬਾਗ ਦੇ ਵਿੱਚ। ਅਣਗਿਣਤ ਪਿਆਰਿਓ ਜਿਹਨੇ 500-600 ਦੇ ਕਰੀਬ ਜੋ ਨਿਹੱਥੇ ਲੋਕਾਂ ਦੇ ਉੱਤੇ ਜਿਹਨੇ ਗੋਲੀ ਕਾਂਡ ਕਰਨਾ ਕੀਤਾ, ਇਹਨਾਂ ਸਾਰਿਆਂ ਨੂੰ ਕਿੰਨੇ ਲੋਕਾਂ ਨੂੰ ਮਰਵਾ ਦਿੱਤਾ ਸੀ। ਬਹੁਤ ਵੱਡਾ, ਅੱਜ ਵੀ ਉਹਦਾ ਨਾਮ ਸੁਣਦੇ ਆ ਤਾਂ ਪਿਆਰਿਓ ਖੂਨ ਖੌਲ ਜਾਂਦਾ। ਲੇਕਿਨ ਉਸ ਵੇਲੇ ਵਕਤ ਦੀ ਸਰਕਾਰ ਨੇ ਕੀ ਕਰਨਾ ਕੀਤਾ, ਤੇ ਲੋਕਾਂ ਦਾ ਗੁੱਸਾ ਸ਼ਾਂਤ ਕਰਾਉਣ ਦੇ ਵਾਸਤੇ ਉਹ ਜੋ ਅਡਵਾਇਰ ਜਿਹੜਾ ਸੀ, ਜਿਹਨੇ ਜਲਿਆਂਵਾਲਾ ਬਾਗ ਸ਼੍ਰੀ ਦਰਬਾਰ ਸਾਹਿਬ ਤੋਂ 10-15 ਕਦਮ ਦੇ ਵਿੱਥ ਦੇ ਉੱਤੇ ਹੀ ਪਿਆਰਿਓ ਜਦੋਂ ਆਪਾਂ ਬਾਹਰ ਜਾਂਦੇ ਆ, ਉਹ ਅਸਥਾਨ ਆਪਾਂ ਵੇਖ ਸਕਦੇ ਆ ਕਿੰਨਾ ਜ਼ਿਆਦਾ ਉੱਥੇ ਸਿੱਖੀ ਦਾ ਘਾਣ ਹੋਇਆ। ਸਭ ਤੋਂ ਵੱਡਾ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਕਤਲੇ ਆਮ ਹੋਇਆ। ਉਹਨੇ ਇੰਨਾ ਵੱਡਾ ਕਤਲੇ ਆਮ ਕੀਤਾ, ਬਸ 15-20 ਦਿਨ ਤੋਂ ਬਾਅਦ ਉਹਨੂੰ ਅਕਾਲ ਤਖਤ ਸਾਹਿਬ ਤੇ ਸੱਦ ਕਰਕੇ, ਕਿਉਂਕਿ ਅਕਾਲ ਤਖਤ ਦੇ ਉੱਤੇ ਉਸ ਵੇਲੇ ਸਰਕਾਰ ਦਾ ਕਬਜ਼ਾ ਸੀ, ਅੰਗਰੇਜ਼ਾਂ ਦਾ ਕਬਜ਼ਾ ਸੀ, ਤੇ ਉੱਥੋਂ ਦੇ ਜਿੰਨੇ ਵੀ ਜੋ ਮਹੰਤ ਆਦਿਕ ਸਨ ਉਹ ਵੀ ਅੰਗਰੇਜ਼ਾਂ ਦੇ ਟੱਟੂ ਸਨ, ਤੇ ਨਾਲ ਜਿਹੜੇ ਪ੍ਰਬੰਧਕ ਵੀ ਉਹਨਾਂ ਦੇ ਹੀ ਸੀ। ਉਹਨਾਂ ਨੇ ਉਹ ਡਾਈਅਰ ਨੂੰ ਸੱਦ ਕਰਕੇ ਉਹਨੂੰ ਸਿਰੋਪਾ ਭੇਟ ਕਰਨਾ ਕੀਤਾ ਤੇ ਕਿਹਾ ਕਿ ਡਾਈਅਰ ਨੇ ਬਹੁਤ ਚੰਗਾ ਕੰਮ ਕੀਤਾ, ਜਿਹੜੇ ਬਾਗੀ ਲੋਕ ਸਨ ਤੇ ਉਹਨਾਂ ਨੂੰ ਇਹਨੇ ਮਾਰ ਦਿੱਤਾ। ਦੱਸੋ ਪਿਆਰਿਓ, ਉਹ ਜੋ ਜਲਿਆਂ ਵਾਲੇ ਬਾਗ ਦੇ ਵਿੱਚ ਜੋ ਮਾਰੇ ਗਏ ਵਿਚਾਰੇ ਕਈ ਬੱਚੇ, ਉਹ ਬਾਗੀ ਸਨ? ਕੀ ਉਹ ਅੱਤਵਾਦੀ ਸਨ? ਕੀ ਉਹਨਾਂ ਨੇ ਕੀ ਗਲਤ ਕੰਮ ਕਰਨਾ ਕੀਤਾ? ਬਸ ਝੂਠਾ ਇਲਜ਼ਾਮ ਸਿੱਖਾਂ ਦਾ ਰੋਹ ਸ਼ਾਂਤ ਕਰਨ ਵਾਸਤੇ ਉਹਨੂੰ ਜਦੋਂ ਅਕਾਲ ਤਖਤ ਸਾਹਿਬ ਤੋਂ ਸਰੋਪਾ ਦੇ ਦਿੱਤਾ ਗਿਆ, ਕਈਆਂ ਨੂੰ ਲੱਗ ਗਿਆ ਕਿ ਭਾਈ ਚਲੋ ਜੀ ਉਹਨੇ ਚੰਗਾ ਕੰਮ ਕੀਤਾ। ਇਸ ਤਰ੍ਹਾਂ ਦੁਫਾੜ ਕਰਨਾ ਹੈ, ਤੇ ਇਹ ਤਾਂ ਇਹਨਾਂ ਦਾ ਕੰਮ ਹੈ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਲੋਕ ਮੁਹਾਵਹਿ ਚਾੜੀ ਖਾਏ। ਇਹ ਲੋਕ ਜਿਹੜੇ ਹਨ ਫਿਰ ਦੁਸ਼ਮਣਾਂ ਦੇ ਕੋਲ ਜਾ ਕਰਕੇ ਮਿਲ ਜਾਣਾ ਤੇ ਚੁਗਲੀਆਂ ਮਾਰ ਕਰਕੇ ਆਪਣੇ ਲੋਕਾਂ ਦਾ, ਇਹ ਹਿੰਦੂ ਲੋਕ, ਇਹਨਾਂ ਨੇ ਉਹੀ ਤਾਂ ਕੰਮ ਕੀਤਾ। ਤੇ ਇਹਨਾਂ ਦੇ ਬੰਦੇ ਜਿਹੜੇ ਹਨ ਕੁਛ ਕੁਲ ਘਾਤੀ ਬਣ ਗਏ, ਤੇ ਉਹਨਾਂ ਨੇ ਤੁਰਕਾਂ ਦੇ ਕੋਲ ਚੱਲ ਗਏ ਤੇ ਚੁਗਲੀ ਮਾਰ ਕਰਕੇ ਆਪਣੇ ਦੇ ਲੋਕਾਂ ਦਾ ਉਹਨਾਂ ਨੇ ਕਹਾਣ ਕਰ ਦਿੱਤਾ, ਉਹਨਾਂ ਦਾ ਸਰਵਨਾਸ਼ ਕਰ ਦਿੱਤਾ। ਜਿਸ ਤਰ੍ਹਾਂ ਕਿ ਉਦਾਹਰਣ ਦੇ ਤੌਰ ਤੇ ਸੁੱਚਾ ਆਨੰਦ, ਝੂਠਾ ਆਨੰਦ ਆਦਿਕ ਹੋ ਗਿਆ। ਚੌਂਕਾ ਦੇ ਕੇ ਸੁੱਚਾ ਹੋਏ। ਹੁਣ ਅੱਗੇ ਸਤਿਗੁਰੂ ਮਹਾਰਾਜ ਹਿੰਦੂਆਂ ਦੇ ਬਾਬਤ ਦੱਸਦੇ ਕਿ ਅੰਦਰ ਦੀ ਤਾਂ ਸੁਚਮਤਾਈ ਇਹਨਾਂ ਦੇ ਕੋਲ ਨਹੀਂ ਰਹੀ ਹੈ, ਸਿਰਫ ਬਾਹਰ ਦੀ ਸੁਚਮਤਾਈ ਜਿਹੜੀ ਹੈ, ਅਪਾਖੀਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕਾ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ। ਮਤ ਪਿਟੈ ਵੇ ਮਤ ਪਿਟੈ, ਇਹੋ ਅੰਨ ਅਸਾ ਦਾ ਫਿਟੈ, ਤਨ ਫਿਟੈ ਫੇੜ ਕਰੇ ਨ, ਕਹੋ ਨਾਨਕ ਚੁੱਲੀ ਭਰੇ, ਕਹੋ ਨਾਨਕ ਸੱਚ ਧਿਆਈਐ, ਸੋਚ ਹੋਏ ਤਾਂ ਸੱਚ ਪਾਈਐ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਕਿਹਾ ਕਿ ਇੱਕ ਪਾਸੇ ਤਾਂ ਕਹਿੰਦੇ ਜੀ ਅਪਾਖਿਆ ਕਾ ਇਹ ਕੁੱਠਾ ਬੱਕਰਾ ਹੈ, ਕਲਮਾ ਪੜ ਕੇ ਇਹ ਕੁੱਠਾ ਬੱਕਰਾ ਤੁਸਾਂ ਨੇ ਇਹਨੂੰ ਮਾਰ ਦਿੱਤਾ। ਤੇ ਦੂਜੇ ਪਾਸੇ ਕਹਿੰਦੇ ਜੀ ਤੁਰਕਾਂ ਦਾ ਮੰਤਰ ਜਿਹੜਾ ਹੈ ਉਹ ਚੌਂਕੇ ਤੇ ਨਹੀਂ ਪੜਨਾ। ਇਹ ਕੁੱਠਾ ਜਿਹੜਾ ਅਪਾਖਿਆ ਦਾ ਬੱਕਰਾ, ਉਹਨੂੰ ਆਪਣੇ ਸੁੱਚੇ ਚੌਂਕੇ ਦੇ ਵਿੱਚ ਝਾੜ ਕਰਕੇ ਤੁਸਾਂ ਨੇ ਇਹਦਾ ਮਾਂਸ ਪਕਾਇਆ। ਦੱਸੋ ਭਾਈ ਤੁਹਾਡੀ ਕੀ ਮਰਿਆਦਾ ਹੈ? ਇਹਨਾਂ ਨੇ ਸਿਰਫ ਬਾਹਰ ਦੀ ਸੁਚਮਤਾਈ ਨੂੰ ਹੀ ਜ਼ਿਆਦਾ ਮੁੱਖ ਰੱਖਿਆ, ਚੌਂਕਾ ਆਦਿਕ ਸੁੱਚਾ ਕਰਨਾ। ਐਸਾ ਹਿੰਦੂ ਵੇਖੋ ਕੋ। ਸਤਿਗੁਰੂ ਜੀ ਕਹਿਣ ਲੱਗੇ ਇਹ ਹਿੰਦੂ ਲੋਕ
ਕਿਉਂਕਿ ਮਨ ਨਹੀਂ ਸੂਚਾ ਕਿਆ ਸੋਚ ਕਰੀ ਜੈ। ਮਨ ਤਾਂ ਸੁੱਚਾ ਨਹੀਂ ਹੈ, ਬਸ ਬਾਹਰੀ ਲੀਪਾ ਪੋਤੀ ਚੌਂਕਾ ਸੁੱਚਾ ਕਰ ਦੇਣਾ ਤੇ ਕਹਿ ਦੇਣਾ ਕਿ ਭਾਈ ਹਮ ਤੋਂ ਹਿੰਦੂ ਹੈ, ਹਮ ਤੋਂ ਸੁੱਚੇ ਹੈ ਭਾਈ ਕਰਕੇ। ਜੋਗੀ ਗਿਰਹੀ ਜਟਾ ਵਿਭੂਤ। ਅੱਗੇ ਸਤਿਗੁਰੂ ਮਹਾਰਾਜ ਜੀ ਨੇ ਜੋ ਜੋਗੀ ਸਨ ਤੇ ਉਹਨਾਂ ਦੇ ਬਾਬਤ ਬਚਨ ਕਰਨਾ ਕੀਤਾ। ਜਿਹੜੇ ਜੋਗੀ ਹਨ, ਜਿਨ੍ਹਾਂ ਨੇ ਵਿਭੂਤੀ ਨੂੰ ਮਲਣਾ ਕੀਤਾ, ਜਟਾਵਾਂ ਆਦਿਕ ਜਿਨ੍ਹਾਂ ਨੇ ਧਾਰਨ ਕੀਤੀਆਂ, ਆਗੇ ਪਾਸ਼ੈ ਰੂਵਹਿ ਪੂਤ। ਤੇ ਜਦੋਂ ਇਹ ਜੋਗ ਮਤ ਨੂੰ ਧਾਰਨ ਕਰਕੇ ਜਦੋਂ ਇਹਨਾਂ ਨੇ ਸੰਸਾਰ ਦਾ ਤਿਆਗ ਕਰ ਦਿੱਤਾ, ਸੀਤਾ ਇਹ ਗ੍ਰਸਤੀ ਸੰਸਾਰ ਦਾ ਤਿਆਗ ਕਰਕੇ ਜਦੋਂ ਇਹ ਚੱਲ ਗਏ ਤੇ ਇਹਨਾਂ ਦੇ ਜੋ ਬੱਚੇ ਹਨ ਉਹ ਰੋਂਦੇ ਰਹੇ, ਬਿਲਕਦੇ ਰਹੇ ਤੇ ਉਹਨਾਂ ਦੀਆਂ ਘਰ ਵਾਲੀਆਂ ਜਿਹੜੀਆਂ ਹਨ ਉਹ ਉਸ ਤਰ੍ਹਾਂ ਹੀ ਜਿਹੜਾ ਹੈ ਰਹਿ ਗਈਆਂ। ਭਾਵ ਕਿ ਆਗੇ ਪਾਛੈ ਰੋਵੈ ਪੂਤ, ਅੱਗੇ ਪਿਛੇ। ਵਿਦਵਾਨਾਂ ਨੇ ਇਹਦੇ ਕਈ ਅਰਥ ਕਰਨੇ ਕੀਤੇ। ਇੱਕ ਤਾਂ ਇਹ ਅਰਥ ਹੋਇਆ, ਫਿਰ ਬਾਅਦ ਦੇ ਵਿੱਚ ਕਈ ਜਿਹੜੇ ਹਨ ਆਪਣੇ ਆਪ ਨੂੰ ਜੋਗੀ ਅਖਵਾਉਣਾ, ਆਪਣੇ ਆਪ ਨੂੰ ਸੰਤ ਅਖਵਾਉਣਾ, ਕਹਿਣਾ ਜੀ ਅਸੀਂ ਬ੍ਰਹਮਚਾਰੀ ਹਾਂ, ਤੇ ਗਲਤ ਕੰਮ ਕਰਕੇ ਆਪਣੇ ਬੱਚਿਆਂ ਨੂੰ ਪੈਦਾ ਕਰਨਾ ਤੇ ਉਹਨਾਂ ਨੂੰ ਹੀ ਆਪਣੇ ਚੇਲੇ ਬਾਲ ਕੇ ਬਣਾ ਕਰਕੇ ਅੱਗੇ ਪਿੱਛੇ ਲੈ ਕਰਕੇ ਦੌੜਨਾ ਫਿਰਨਾ ਤੇ ਉਹਨਾਂ ਦਾ ਹੀ ਸਾਂਭ ਸਬਾਈ ਦੇ ਵਿੱਚ ਰਹਿਣਾ ਜੀ। ਅੱਜ ਉਹ ਬੱਚਾ ਰੋ ਰਿਹਾ ਜੀ, ਉਹਨੂੰ ਗੋਦੀ ਵਿੱਚ ਲੈ ਲਿਓ, ਤੇ ਅੱਜ ਜੀ ਉਹ ਬੱਚਾ ਇਹ ਹੋ ਰਿਹਾ, ਮੇਰਾ ਫਲਾਣਾ ਚੇਲੇ ਦਾ ਇਹ ਹੋ ਗਿਆ। ਇਹਦੇ ਵਿੱਚ ਹੀ ਆਪਣਾ ਜੀਵਨ ਬਰਬਾਦ ਕਰ ਦੇਣਾ, ਇਹ ਜੋਗੀਆਂ ਦਾ ਕੰਮ ਬਣ ਗਿਆ। ਜੋਗ ਨਾ ਪਾਇਆ ਜੁਗਤ ਗਵਾਏ। ਇਹੋ ਜਿਹੇ ਜੋ ਜੋਗੀ ਹਨ, ਜੋਗ ਨੂੰ ਤਾਂ ਨਹੀਂ ਪ੍ਰਾਪਤ ਕਰਨਾ ਕੀਤਾ, ਲੇਕਿਨ ਜੋਗ ਦੀ ਜੁਗਤ ਨੂੰ ਇਹਨਾਂ ਨੇ ਗਵਾ ਲਿਆ ਹੈ। ਕਿਤ ਕਾਰਨ ਸਿਰ ਛਾਈ ਪਾਈ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਕਿਸ ਕਾਰਨ ਕਰਕੇ ਭਾਈ, ਇਹਦੇ ਨਾਲੋਂ ਤਾਂ ਤੇ ਇਸ ਗ੍ਰਹਿ ਇਹਦੇ ਨਾਲੋਂ ਤਾਂ ਤੁਹਾਡਾ ਗ੍ਰਸਤੀ ਬਣਨਾ ਵਧੀਆ ਸੀ। ਗ੍ਰਸਤ ਦੇ ਵਿੱਚ ਰਹਿੰਦੇ, ਉੱਥੇ ਰਹਿ ਕਰਕੇ ਤੁਸੀਂ ਚੰਗੀ ਆਪਣੀ ਕਿਰਤ ਕਰਦੇ ਜਾਂ ਚੰਗਾ ਆਪਣਾ ਕਰਮ ਕਰਦੇ, ਉਹ ਵਧੀਆ ਸੀ। ਲੇਕਿਨ ਵਿਅਰਥ ਦੇ ਵਿੱਚ ਜੋਗੀ ਤਾਂ ਬਣ ਗਏ ਤੇ ਜੋਗੀ ਬਣ ਕਰਕੇ ਆਪਣੀ ਸਾਰੀ ਕਿਤ ਕਾਰਨ ਸਿਰ ਛਾਈ ਪਾਈ। ਵਿਅਰਥ ਦੇ ਵਿੱਚ ਆਪਣੇ ਸਿਰ ਦੇ ਉੱਤੇ ਸਵਾਹ ਤੁਸਾਂ ਨੇ ਪਾ ਲਈ ਹੈ। ਨਾਨਕ ਕਲ ਕਾ ਇਹੋ ਪਰਵਾਨ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਜੋਗੀਆਂ ਨੇ ਕਿਹਾ ਸੀ ਨਾ, ਪੁੱਛਿਆ ਸੀ ਨਾ ਮਹਾਰਾਜ ਜੀ ਨੂੰ ਕਿ ਕਲਯੁਗ ਦੇ ਲੱਛਣ ਦੱਸੋ, ਸਤਿਗੁਰੂ ਮਹਾਰਾਜ ਜੀ ਨੇ ਕਲਯੁਗ ਦੇ ਲੱਛਣ ਦੱਸਣੇ ਕੀਤੇ। ਆਪੇ ਆਖਣ ਆਪੇ ਜਾਣ। ਆਪੇ ਲੋਕੀ ਆਖਣਗੇ, ਆਪੇ ਹੀ ਕਹਿਣਗੇ ਤੇ ਆਪੇ ਹੀ ਕਹਿਣਾ ਜੀ ਹਾਂ ਜੀ ਮੈਂ ਜਾਣਦਾ ਹਾਂ, ਉਹਨੂੰ ਵੀ ਜਾਣਦਾ। ਭਾਵ ਕਿ ਇੱਕ ਪਾਸੇ ਨਿੰਦਿਆ ਵੀ ਕਰਨਗੇ, ਲਓ ਜੀ ਆ ਫਲਾਣਾ ਬੰਦਾ ਗਲਤ ਕੰਮ ਕਰਦਾ, ਤੇ ਫਿਰ ਕੋਈ ਕਵੇ ਹਾਂ ਜੀ ਮੈਂ ਸਭ ਜਾਣਦਾ ਲੇਕਿਨ ਕੀ ਕਰਨਾ ਕਰੀਏ। ਇਸ ਤਰ੍ਹਾਂ ਆਪੇ ਕਹਿਣਾ ਵੀ ਹੈ, ਆਪੇ ਕਰਨਾ ਵੀ ਹੈ, ਆਪੇ ਕਰਾਉਣਾ ਵੀ ਹੈ, ਤੇ ਬਾਅਦ ਵਿੱਚ ਕਹਿਣਾ ਕਿ ਨਹੀਂ ਜੀ ਮੈਂ ਕੀ ਕਰ ਸਕਦਾ ਹਾਂ, ਮੇਰੇ ਵੱਸ ਵਿੱਚ ਨਹੀਂ ਹੈ। ਇਸ ਤਰ੍ਹਾਂ ਇਹ ਕਲਯੁਗ ਦੇ ਲੱਛਣ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਪੂਰਾ ਪਿਆਰਿਓ ਇੱਕ ਪੌੜੀ ਜਿਹੜੀ ਹੈ ਇਸ ਪ੍ਰਥਾਏ ਦੇ ਵਿੱਚ ਉਚਾਰਨ ਕਰਨੀ ਕੀਤੀ ਹੈ। ਭਾਈ ਗੁਰਦਾਸ ਸਾਹਿਬ ਜੀ ਦੀਆਂ ਜਦੋਂ ਆਪਾਂ ਵਾਰਾਂ ਪੜ੍ਹਦੇ ਹਾਂ ਤੇ ਭਾਈ ਸਾਹਿਬ ਜੀ ਨੇ ਬਚਨ ਕਰਨਾ ਕੀਤਾ, ਕਲ ਆਈ ਕੁੱਤੇ ਮੂਈ ਖਾਜ ਹੁਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਵਿੱਚ ਪਰਜਾ ਅੰਧੀ ਗਿਆਨ ਵਿਣ ਕੂੜ ਕੁਸਤ ਮੂੰਹੋਂ ਅਲਾਈ, ਕਾਜੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ, ਚੇਲੇ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਿਨਾੜੇ ਜਾਈ, ਚੇਲੇ ਸਾਜ ਵਜਾਉਂਦੇ ਗੁਰ ਜਿਹੜੇ ਹਨ ਚੇਲਿਆਂ ਨੇ ਸਾਜ ਵਜਾਉਣਾ ਹੈ, ਨੱਚਣ ਗੁਰੂ ਬਹੁਤ ਬਿਦ ਭਾਈ, ਇਸਤਰੀ ਪੁਰਖ ਹੈ ਦਾਮ ਹਿਤ ਭਾਵੇਂ ਆਏ ਕਿਥਾਉ ਜਾਈ, ਵਰਤਿਆ ਪਾਪ ਸਬਸ ਜਗ ਮਾਈ। ਸਾਰੇ ਜਗ ਦੇ ਵਿੱਚ ਇਸ ਤਰ੍ਹਾਂ ਕਲਯੁਗ ਦੇ ਵਿੱਚ ਹੋਰ ਪਾਪ ਹੋਣਗੇ। ਸਤਿਗੁਰੂ ਮਹਾਰਾਜ ਜੀ ਨੇ ਵੀ ਗੁਰਬਾਣੀ ਦੇ ਵਿੱਚ ਬਚਨ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਕਵਿਤ ਸਵਈਆਂ ਦੇ ਵਿੱਚ ਬਹੁਤ ਥਾਵਾਂ ਦੇ ਇਹਦਾ ਵਰਣਨ ਕਰਨਾ ਕੀਤਾ। ਜਿਸ ਤਰ੍ਹਾਂ ਹੁਣ ਸਤਿਗੁਰੂ ਮਹਾਰਾਜ ਜੀ ਨੇ ਜੋਗੀਆਂ ਨੂੰ ਸੰਬੋਧਨ ਕੀਤਾ ਹੈ, ਆਪਾਂ ਨੇ ਉਹ ਇਤਿਹਾਸ ਗੁਰਬਾਣੀ ਦੀ ਵਿਚਾਰ ਨੂੰ ਆਪਾਂ ਨੇ ਸਰਵਣ ਕਰਨਾ ਕੀਤਾ। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਫਿਰ ਤੋਂ ਪਿਆਰਿਓ ਪ੍ਰਬੰਧਕਾਂ ਵੱਲੋਂ ਆਪ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤਖਤ ਸਾਹਿਬ ਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜਾਂ ਦੀ ਆਰੰਭਤਾ ਹੋ ਚੁੱਕੀ ਹੈ। ਮਾਤਾ ਗੁਜਰੀ ਜੀ ਕੰਪਲੈਕਸ ਜਿਹਦੇ ਵਿੱਚ ਤਕਰੀਬਨ 650 ਦੇ ਕਰੀਬ ਆਲੀਸ਼ਾਨ
ਕਮਰੇ ਬਣਾਏ ਜਾਣਗੇ। 40 ਕਰੋੜ ਦੀ ਲਾਗਤ ਦੇ ਨਾਲ ਗੁਰਦੁਆਰੇ ਦੇ ਨਾਮ ਤੋਂ ਸਕੂਲ ਬਣਾਇਆ ਜਾਵੇਗਾ। ਸੋ ਇਹ ਸਾਰੀ ਸੇਵਾ ਦੇ ਵਾਸਤੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਦਸਵੰਧ ਦੀ ਮਾਇਆ, ਸੇਵਾ ਦੀ ਮਾਇਆ ਗੁਰੂ ਘਰ ਦੇ ਵਿੱਚ ਤਖਤ ਸਾਹਿਬ ਦੇ ਵਿੱਚ ਚੜਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ। ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਜੋਜੀ ਪਿਆਰੇ ਗੋਬਿੰਦ ਸਿੰਘ ਜੀ। ਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ। ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।